सत श्री अकाल जी सारिਆਂ ਨੂੰ। ਤਾਂ ਸਟਾਰਟ ਕਰਦੇ ਹਾਂ ਫਿਰ ਆਪਾਂ ਆਪਣੀ ਕਰੰਟ ਅਫੇਅਰ ਦੀ ਨੈਕਸਟ ਕਲਾਸ। ਠੀਕ ਹੈ, ਤਾਂ ਸਭ ਤੋਂ ਜਿਹੜੀ ਪਹਿਲੀ ਨਿਊਜ਼ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਨਿਊਜ਼ ਹੈ, ਵੈਰੀ ਇੰਪੋਰਟੈਂਟ, ਇਹਨੂੰ ਕੰਸੀਡਰ ਕਰ ਲਿਓ ਆਪਣੇ ਕੋਲੇ। ਇਹ ਹੈਗੀ ਆਪਣੇ ਕੋਲੇ ਵਰਲਡ ਦੀ ਲੌਂਗੈਸਟ ਕਰੂਜ਼। ਇਹ MV ਗੰਗਾ ਵਿਲਾਸ ਇੰਡੀਆ ਦੇ ਵਿੱਚ ਹੈ, ਵਾਰਾਣਸੀ ਤੋਂ ਚੱਲੀ ਹੈ ਇਹ ਡਿਬਰੂਗੜ੍ਹ ਅਸਾਮ ਤੱਕ। ਠੀਕ ਹੈ, ਲੌਂਗੈਸਟ ਕਰੂਜ਼ ਹੈ। ਤਾਂ ਇਹਦਾ ਜਿਹੜਾ ਆਪਣੇ ਕੋਲੇ 51 ਦਿਨ ਇਹ ਚੱਲੀ ਹੈ, ਮਤਲਬ ਇੱਕ ਸ਼ਿਪ ਹੈ ਇੱਕ ਤਰ੍ਹਾਂ ਦੀ ट्रैवलर ਦੇ ਲੋਕਾਂ ਨੂੰ ਲੈ ਕੇ ਗਈ ਹੈ ਨਾ, ਜਿਵੇਂ ਆਪਾਂ ਲੇਕ 'ਤੇ ਜਾਂਦੇ ਉੱਥੇ ਕਰੂਜ਼ ਹੁੰਦੀ ਹੈ। ਤਾਂ ਦੁਨੀਆ ਦੀ ਲੌਂਗੈਸਟ ਕਰੂਜ਼ ਕਿਹੜੀ ਹੈ ਆਪਣੇ ਕੋਲ? MV ਗੰਗਾ ਵਿਲਾਸ। ਕਿੱਥੋਂ ਚੱਲੀ ਸੀ? ਵਾਰਾਣਸੀ ਤੋਂ। ਕਿੰਨੇ ਦਿਨ ਚੱਲੀ ਹੈ ਆਹ ਵੀ ਯਾਦ ਰੱਖਣਾ, 51 ਦਿਨਾਂ 'ਚ ਪਹੁੰਚੀ ਹੈ। 27 ਰੀਵਰ ਸਿਸਟਮ ਦੇ ਥਰੂ ਗਈ ਹੈ, 27 ਰੀਵਰ ਸਿਸਟਮ, 40 ਹਿਸਟੋਰਿਕ ਪਲੇਸਿਸ 'ਤੇ ਕਵਰ ਕੀਤੀਆਂ ਨੇ ਇਹਨੇ, 3200 ਕਿਲੋਮੀਟਰ ਡਿਸਟੈਂਸ ਕਵਰ ਕੀਤਾ। ਕਿੱਥੋਂ ਲੈ ਕਿੱਥੇ ਗਈ ਹੈ? ਵਾਰਾਣਸੀ ਤੋਂ ਡਿਬਰੂਗੜ੍ਹ ਅਸਾਮ। ਇੱਕ ਵੀ ਪੁਆਇੰਟ ਛੱਡਣ ਵਾਲਾ ਨਹੀਂ ਹੈਗਾ। ਲੌਂਗੈਸਟ ਰੀਵਰ ਕਰੂਜ਼ ਨਾਮ ਗੰਗਾ ਵਿਲਾਸ, ਕਿੱਥੋਂ ਚੱਲੀ? ਵਾਰਾਣਸੀ ਤੋਂ, ਕਿੱਥੇ ਪਹੁੰਚੀ? ਡਿਬਰੂਗੜ੍ਹ ਅਸਾਮ। ਬੰਗਲਾਦੇਸ਼ ਦੀ ਵਿੱਚ ਦੀ ਗਈ ਆ, ਬਾਇਆ ਬੰਗਲਾਦੇਸ਼ ਵੀ ਗਈ ਸੀ ਇਹ। 51 ਦਿਨ ਲੈਤੇ ਨੇ, ਤਾਂ ਯਾਦ ਰੱਖੋ 3200 ਕਿਲੋਮੀਟਰ ਗਿਆ, 51 ਦਿਨ ਤਾਂ ਲੈਤੇ ਹੋਣਗੇ ਨਾ, ਵੀ ਖਾਫੇ ਲਗਭਗ ਲਾ ਲਓ ਵੀ 2 ਮਹੀਨੇ। ਅਤੇ 27 ਰੀਵਰ ਸਿਸਟਮ, 40 ਹਿਸਟੋਰਿਕ ਵਾਰਾਣਸੀ ਤੋਂ ਚੱਲੀ ਹੈ। ਠੀਕ ਹੈ, ਅਗਲਾ ਆ ਇੱਕ ਡਿਸੀਜ਼ ਹੈ ਲਿੰਫੈਟਿਕ ਫਿਲੈਰਸਿਸ। ਕਹਿੰਦੇ ਇੰਡੀਆ ਇਹਨੂੰ ਕਦੋਂ ਤੱਕ ਐਲੀਮੀਨੇਟ ਕਰਨ ਨੂੰ ਚਾਹੁੰਦਾ? 2027 ਤੱਕ। ਇੰਡੀਆ ਦਾ ਟਾਰਗੇਟ ਹੈ ਵੀ ਆਹ ਐਲੀਫੈਂਟਸ ਵੀ ਕਹਿੰਦੇ ਨੇ ਡਿਸੀਜ਼ ਨੂੰ, ਨਾਮ ਯਾਦ ਕਰ ਰਹੀ ਹੋ, ਲਿੰਫੈਟਿਕ ਫਿਲੈਰਸਿਸ। ਠੀਕ ਹੈ, ਤਾਂ ਇਹ ਡਿਸੀਜ਼ ਨੂੰ ਇੰਡੀਆ ਐਲੀਮੀਨੇਟ ਕਰਨਾ ਚਾਹੁੰਦਾ 2027 ਤੱਕ, ਅਤੇ ਜਿਹੜਾ ਵਰਲਡ ਦਾ ਟਾਰਗੇਟ ਆ ਉਹ 2030 ਤੱਕ। ਮਤਲਬ ਆਪਾਂ 3 ਸਾਲ ਪਹਿਲਾਂ ਇਹ ਡਿਸੀਜ਼ ਨੂੰ ਇੰਡੀਆ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹੈਗੇ। ਠੀਕ ਹੈ, ਅਗਲਾ 13ਵਾਂ IRENA ਦੀ ਪ੍ਰੈਜ਼ੀਡੈਂਸੀ ਕਿਹਦੇ ਕੋਲ ਹੈ? ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਏਜੰਸੀ। ਕਲੀਅਰ ਹੈ ਵੀ ਰੀਨਿਊਏਬਲ ਐਨਰਜੀ ਦੇ ਕੰਮ ਕਰਦੀ ਹੋਊਗੀ। ਇਹਦੀ ਪ੍ਰੈਜ਼ੀਡੈਂਸੀ ਕਿਹਦੇ ਕੋਲ ਹੈ? ਇੰਡੀਆ ਕੋਲ। 13ਵੀਂ ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਦੀ ਪ੍ਰੈਜ਼ੀਡੈਂਸੀ ਕਿਹਦੇ ਕੋਲ ਹੈ? ਇੰਡੀਆ ਕੋਲ। ਥੀਮ ਕੀ ਸੀਗਾ ਇਹਦਾ? 13ਵੀਂ ਜਿਹੜੀ ਆਪਣੇ ਕੋਲ ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਏਜੰਸੀ ਹੈ, ਵਰਲਡ ਐਨਰਜੀ ਟ੍ਰਾਂਜੀਸ਼ਨ ਦਾ ਗਲੋਬਲ ਸਟਾਕਟੇਲ। ਠੀਕ ਹੈ, ਇੱਕ ਵਾਰੀ ਬਸ ਪੜ੍ਹ ਲਓ, ਕਈ ਵਾਰ ਅਨਕੌਂਸ਼ੀਅਸ ਮਾਈਂਡ 'ਚ ਸੇਵ ਹੋ ਜਾਂਦਾ ਸਾਡੇ। ਠੀਕ ਹੈ, ਤਾਂ ਥੀਮ ਕੀ ਸੀ ਇਹਦਾ? ਬਸ ਆਹ ਚੀਜ਼ ਜ਼ਰੂਰੀ ਰੱਖਣੀ ਹੈ ਵੀ ਪ੍ਰੈਜ਼ੀਡੈਂਸੀ ਕਿਹਦੇ ਕੋਲ ਹੈ? ਇੰਡੀਆ ਕੋਲ। 13ਵੀਂ IRENA ਦੀ ਕਿੱਥੇ ਹੋਈ ਸੀ? ਇਹ ਬੈਂਕਾਕ ਦੇ ਵਿੱਚ ਹੋਈ ਸੀ, ਉੱਥੇ ਮਿਲੀ ਇੰਡੀਆ ਨੂੰ ਪ੍ਰੈਜ਼ੀਡੈਂਸੀ। ਨਹੀਂ ਸੌਰੀ, ਬੈਂਕਾਕ ਦੇ ਵਿੱਚ ਨਹੀਂ, ਬਸ ਸਿੱਧੀ ਇੰਨੀ ਗੱਲ ਯਾਦ ਰੱਖੋ ਵੀ 13ਵੀਂ ਆਪਣੇ ਕੋਲ ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਦੀ ਪ੍ਰੈਜ਼ੀਡੈਂਸੀ ਕਿਹਦੇ ਕੋਲ ਹੈ? ਇੰਡੀਆ ਕੋਲ। ਥੀਮ ਯਾਦ ਕਰ ਲਿਓ, ਵਰਲਡ ਐਨਰਜੀ ਟ੍ਰਾਂਜੀਸ਼ਨ ਦਾ ਗਲੋਬਲ ਸਟਾਕਟੇਲ। ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਦੇ ਹੈੱਡਕੁਆਟਰ ਕਿੱਥੇ ਨੇ? ਅਬੂ ਧਾਬੀ, UAE ਦੇ ਵਿੱਚ। ਠੀਕ ਹੈ, ਇਹਦਾ ਜਿਹੜਾ ਡਾਇਰੈਕਟਰ ਜਨਰਲ ਹੈ ਇਸ ਟਾਈਮ ਉਹ ਕੌਣ ਹੈ? ਫਰਾਂਸਿਸ ਕਲੈਗ ਕੈਮਰਾ। ਐਂ ਯਾਦ ਕਰ ਲਓ ਵੀ 13ਵੀਂ ਪ੍ਰੈਜ਼ੀਡੈਂਸੀ ਇੰਡੀਆ ਕੋਲ ਹੋਈ ਹੈ, ਤਾਂ ਉੱਥੇ ਸਿੱਧੀ ਗੱਲ ਹੈ ਵੀ ਕੈਮਰੇ ਤਾਂ ਗਏ ਹੋਣੇ ਫੋਟੋਆਂ ਖਿੱਚਣ, ਹੈ ਨਾ। ਤਾਂ ਇਹਨੂੰ ਜੇ IRENA ਤੋਂ ਬਸ ਇੰਨੀ ਦਿਮਾਗ 'ਚ ਆਈ ਵੀ 13ਵੀਂ ਪ੍ਰੈਜ਼ੀਡੈਂਸੀ ਇੰਡੀਆ ਕੋਲ, ਕੈਮਰੇ ਉੱਥੇ ਗਏ ਸੀਗੇ, ਤਾਂ ਉੱਥੋਂ ਆਪਸ਼ਨ ਤੋਂ ਹੁਣ ਇੱਕ ਹੋ ਜੂਗਾ ਇਹ ਬੰਦਾ। ਠੀਕ ਹੈ, 167 ਮੈਂਬਰ ਕੰਟਰੀਜ਼ ਨੇ ਪਲੱਸ ਯੂਰੋਪੀਅਨ ਯੂਨੀਅਨ। ਠੀਕ ਹੈ, ਉਹਦੇ ਬਾਅਦ 'ਚ ਟੈਨਿਸ ਬੈਂਕਾਕ ਓਪਨ, ਕੋਈ ਬਹੁਤਾ ਇੰਪੋਰਟੈਂਟ ਟੂਰਨਾਮੈਂਟ ਨਹੀਂ, ਬਸ ਇੰਡੀਅਨ ਖਿਡਾਰੀ ਜਿੱਤੇ ਨੇ, ਤਾਂ ਆਪਾਂ ਨੂੰ ਥੋੜ੍ਹਾ ਜਿਹਾ ਦੇਖ ਲੈਣੇ। ਯੂਕੀ ਬਾਂਬਰੀ ਅਤੇ ਸ਼ੇਖ ਮੈਨੈਨੀ। ਠੀਕ ਹੈ, ਇਹ ਮੈਨਸ ਡਬਲ ਜਿੱਤੇ ਨੇ ਬੈਂਕਾਕ ਓਪਨ ਦੇ ਵਿੱਚ। ਠੀਕ ਹੈ, ਜ਼ਿਆਦਾ ਮੇਨ ਤਾਂ ਦੇਖੋ ਸਿੰਗਲ ਟਾਈਟਲ ਹੁੰਦਾ, ਸਿੰਗਲ ਵਾਲੇ ਜਿੱਤੇ, ਮੈਨਸ ਡਬਲ ਜਿੱਤੇ ਨੇ। ਤਾਂ ਜਿਹੜਾ ਟੈਨਿਸ ਬੈਂਕਾਕ ਓਪਨ ਹੈ ਉਹ 'ਚ ਸਿੰਗਲ ਤਾਂ ਆਹ ਬੰਦਾ ਜਿੱਤਿਆ ਸੀ, ਆਰਥਰ ਕੈਜ਼ੁਅਕਸ। ਠੀਕ ਹੈ, ਤਾਂ ਆਪਣੇ ਵਾਲੇ ਮੈਨਸ ਡਬਲ ਜਿੱਤੇ ਸੀ ਕਿਹੜੇ? ਯੂਕੀ ਬਾਂਬਰੀ ਅਤੇ ਸਖੇਤ ਮੈਨੈਨੀ। ਠੀਕ ਹੈ, ਸਖੇਤ ਮੈਨੈਨੀ ਟੈਨਿਸ ਬੈਂਕਾਕ ਓਪਨ, ਐਂ ਲਾ ਲਓ ਵੀ ਆਪਣੇ ਵਾਲੇ ਡਬਲਸ 'ਚ ਜਿੱਤੇ ਨੇ। ਠੀਕ ਹੈ, ਮਿਸ ਯੂਨੀਵਰਸ, ਮੋਸਟ ਇੰਪੋਰਟੈਂਟ ਨਿਊਜ਼, ਮੋਸਟ ਇੰਪੋਰਟੈਂਟ। ਮਿਸ ਯੂਨੀਵਰਸ 2022 ਕੌਣ ਬਣੀ ਹੈ? ਬੌਨੀ ਗੈਬਰੀਅਲ। ਮੈਂ ਤਾਂ ਬੌਨੀ ਤੋਂ ਯਾਦ ਕੀਤਾ ਹੈ ਨਾ, ਤਾਂ ਬਸ ਕਿਵੇਂ ਵੀ ਰਿਲੇਟ ਕਰ ਲਓ ਵੀ USA ਦੀ ਬੌਨੀ ਗੈਬਰੀਅਲ। ਕਿੱਥੋਂ ਦੀ? USA ਦੀ। ਇਹ 71ਵੀਂ ਮਿਸ ਯੂਨੀਵਰਸ ਬਣੀ ਹੈ। ਪਿਛਲੀ ਵਾਰੀ 2021 ਦੀ 70ਵੀਂ ਕਿਹੜੀ ਸੀ? ਹਰਨਾਜ ਕੌਰ ਸੰਧੂ ਇੰਡੀਆ ਦੀ। ਤਾਂ ਹੁਣ 71ਵੀਂ ਕਿਹੜੀ ਬਣੀ ਹੈ? ਬੌਨੀ ਗੈਬਰੀਅਲ USA ਦੀ। ਠੀਕ ਹੈ, ਜਿਹੜਾ ਮਿਸ ਯੂਨੀਵਰਸ ਹੋਇਆ ਕਿੱਥੇ ਹੋਇਆ ਸੀ? ਇਹ ਨਿਊ ਔਰਲੀਨਸ ਲੁਸਾਨੀਆ ਦੇ ਵਿੱਚ। ਠੀਕ ਹੈ, ਹੁਣ ਨਾ ਆਹ ਸਭ ਨੂੰ ਪਤਾ ਹੋਊਗਾ ਵੀ ਫਸਟ ਇਹ ਆਈ ਹੈ। ਕਈ ਵਾਰ ਉਹ ਪੇਪਰ 'ਚ ਪੁੱਛੂਗਾ ਰਨਰ ਅਪ ਕੌਣ ਸੀ, ਥੋੜ੍ਹਾ ਜਿਹਾ ਹੁਣ ਕੁਐਸਚਨ ਅੱਗੇ ਪੁੱਛਣ ਲੱਗ ਗਿਆ। ਤਾਂ ਰਨਰ ਅਪ ਆਪਾਂ ਨੇ ਯਾਦ ਰੱਖਣੀ ਹੈ ਅਮੈਂਡਾ ਡੁਡਾਮਲ ਵੈਨੀਜ਼ੁਏਲਾ ਦੀ। ਠੀਕ ਹੈ, ਅਮੈਂਡਾ ਡੁਡਾਮਲ ਵੈਨੀਜ਼ੁਏਲਾ ਦੀ, ਇਹ ਸੈਕਿੰਡ ਹੈਗੀ ਆਪਣੇ ਕੋਲ। ਠੀਕ ਹੈ, ਤਾਂ ਰਨਰ ਅਪ ਕੌਣ ਰਹੀ ਹੈ? ਯਾਦ ਰੱਖਿਓ ਅਮੈਂਡਾ ਡੁਡਾਮਲ ਵੈਨੀਜ਼ੁਏਲਾ ਦੀ। ਠੀਕ ਹੈ, ਤਾਂ ਇੰਡੀਆ ਦੀ ਤਰਫ ਤੋਂ ਕੌਣ ਗਈ ਸੀ? ਜਿਹੜੀ ਆ ਮਿਸ ਡੀਵਾ ਯੂਨੀਵਰਸ ਬਣੀ ਸੀ 2022 ਦੀ। ਠੀਕ ਹੈ, ਤਾਂ ਉਹ ਇੰਡੀਆ ਦੀ ਤਰਫ ਤੋਂ ਗਈ ਸੀ। ਠੀਕ ਹੈ, ਤਾਂ ਇਹਨਾਂ ਦਾ ਨਾਮ ਸੀ ਜਿਹੜੀ ਮਿਸ ਡੀਵਾ ਯੂਨੀਵਰਸ ਤੋਂ ਬਣੀ ਦੀਵਿਤਾ ਰਾਏ, ਇਹ ਗਈ ਸੀ ਇੰਡੀਆ ਦੀ ਤਰਫ ਤੋਂ। ਦੀਵਿਤਾ
ਰਾਏ। ਤਾਂ ਵੈਰੀ ਇੰਪੋਰਟੈਂਟ ਨਿਊਜ਼ ਹੈ। ਮਿਸ ਯੂਨੀਵਰਸ 2022 ਦੀ ਯਾਦ ਰੱਖਿਓ, ਬੌਨੀ ਗੈਬਰੀਅਲ ਕਿੱਥੋਂ ਦੀ, USA ਦੀ। ਦੂਜੇ ਨੰਬਰ 'ਤੇ ਅਮਾਂਡਾ ਡੁਡਾਮਲ ਕਿੱਥੋਂ ਦੀ, ਵੈਨੀਜ਼ੁਏਲਾ ਦੀ। ਠੀਕ ਹੈ, ਅਤੇ ਉਸ ਤੋਂ ਬਾਅਦ ਇੰਡੀਆ ਦੀ ਤਰਫ ਤੋਂ ਜਿਹੜੀ ਮਿਸ ਡੀਵਾ ਬਣੀ ਸੀ ਟੌਪ 16 'ਚ ਪਹੁੰਚ ਗਈ ਸੀ। ਇਹ ਮਿਸ ਡੀਵਾ ਬਣੀ ਸੀ ਦਿਵਿਤਾ ਰਾਏ। ਠੀਕ ਹੈ, ਇਹ ਆਹ ਇੰਪੋਰਟੈਂਟ ਹੈ, ਸੌਖੀ ਜੀ ਹੈ। ਦੁਨੀਆ ਦੀ ਪਹਿਲੀ ਐਗਰੀ ਫੋਕਸਡ ਸੈਟਲਾਈਟ, ਐਗਰੀਕਲਚਰ ਦੇ ਉੱਪਰ ਸੈਟਲਾਈਟ ਬਣੀ ਦੁਨੀਆ ਦੀ ਪਹਿਲੀ, ਕਿਹੜੀ ਹੈ? ਅਗਰੀਸੈਟ 1 ਜਾਂ ZA008। ਸਾਊਥ ਅਫਰੀਕਾ ਦੀ ਸੈਟਲਾਈਟ, ਸਾਊਥ ਅਫਰੀਕਾ ਨੇ ਲਾਂਚ ਕੀਤੀ ਹੈ। ਤਾਂ ਐਂ ਵੀ ਪੁੱਛਦਾ ਵੀ ਐਗਰੀਕਲਚਰ ਦੇ ਫੋਕਸ ਦੇ ਉੱਪਰ ਕਿਹੜੇ ਦੇਸ਼ ਨੇ ਲਾਂਚ ਕੀਤੀ ਹੈ? ਟੋਟਲੀ ਐਗਰੀਕਲਚਰ ਉੱਪਰ ਫੋਕਸ। ਤਾਂ ਸਾਊਥ ਅਫਰੀਕਾ ਨੇ ਕੀ ਨਾਮ ਰੱਖਿਆ ਉਹਦਾ? ਐਗਰੀਸੈਟ 1 ਜਾਂ ZA008। ਆਹ ਦਿਨ ਬੜਾ ਇੰਪੋਰਟੈਂਟ ਹੈ, ਦੋਨੇ ਦਿਨ ਇਕੱਠੇ ਆਪਾਂ ਨੇ ਯਾਦ ਕਰਨੇ ਨੇ। ਇੱਕ ਹੁੰਦਾ ਆਰਮੀ ਡੇ, ਇੱਕ ਹੁੰਦਾ ਆਰਮਡ ਫੋਰਸਿਸ ਵੈਟਰਨਸ ਡੇ। ਦੇਖੋ ਇਹ ਦੋਨੇ ਦਿਨ ਇਹਨਾਂ ਨਾਲ ਐਸੋਸੀਏਟਡ ਨੇ। ਜਿਹੜੇ ਫੀਲਡ ਮਾਰਸ਼ਲ KM ਕਰਿਅੱਪਾ ਨੇ, ਇਹ ਯਾਦ ਰੱਖਿਓ ਪਹਿਲੇ ਇੰਡੀਅਨ ਕਮਾਂਡਰ ਇਨ ਚੀਫ ਸੀ। ਪਹਿਲੇ ਇੰਡੀਅਨ ਕਮਾਂਡਰ ਇਨ ਚੀਫ, ਮਤਲਬ ਇੱਦੋਂ ਪਹਿਲਾਂ ਜਿਹੜਾ ਆਰਮੀ ਸੀ ਅੰਗਰੇਜ਼ ਕਮਾਂਡਰ ਇਨ ਚੀਫ ਅੰਗਰੇਜ਼ਾਂ ਦਾ ਹੁੰਦਾ ਸੀ। ਜਿਹੜੇ ਪਹਿਲੇ ਇੰਡੀਅਨ ਨੂੰ ਮਿਲੇ ਸੀ ਉਹ KM ਕਰਿਅੱਪਾ ਸੀ। ਇਹ 15 ਜਨਵਰੀ 1949 ਨੂੰ ਇਹਨਾਂ ਨੂੰ ਮਿਲੇ ਸੀ, ਅਤੇ 14 ਮਤਲਬ ਉਦੋਂ ਬਾਅਦ 'ਚ 14 ਜਨਵਰੀ ਨੂੰ ਉਹਨਾਂ ਨੇ ਰਿਟਾਇਰ ਕੀਤਾ ਸੀ। ਤਾਂ ਮਤਲਬ 15 ਜਨਵਰੀ ਰਿਪਰਜੈਂਟ ਕਰਦੀ ਹੈ ਜਿੱਦਣ ਇਹ ਆਪਣਾ ਫਸਟ ਕਮਾਂਡਰ ਇਨ ਚੀਫ ਬਣੀ ਸੀ। ਤਾਂ 15 ਜਨਵਰੀ ਨੂੰ ਤਾਂ ਮਨਾਇਆ ਜਾਂਦਾ ਆਰਮੀ ਡੇ। ਜਿੱਦਣ ਇਹ ਰਿਟਾਇਰ ਹੋਏ ਸੀਗੇ ਉਦੋਂ ਮਨਾਇਆ ਜਾਂਦਾ ਆਰਮਡ ਫੋਰਸਿਸ ਵੈਟਰਨਸ ਡੇ। ਠੀਕ ਹੈ, ਚਲੋ ਪਹਿਲਾਂ ਆਪਾਂ ਇਹਨੂੰ ਰਿਪੀਟ ਕਰਦੇ ਹਾਂ। ਆਰਮਡ ਫੋਰਸਿਸ ਵੈਟਰਨ ਡੇ ਕਦੋਂ ਮਨਾਇਆ ਜਾਂਦਾ? 14 ਜਨਵਰੀ। ਦਿਨ ਇੰਪੋਰਟੈਂਟ ਹੈ, ਇਹ ਨਹੀਂ ਛੱਡਣਾ। ਕਹਿੰਦੇ ਇਹ ਦਿਨ ਸਰਵਿਸਿਜ਼ ਰੈਂਡਰ ਕੀਤੀਆਂ ਸੀ ਫੀਲਡ ਮਾਰਸ਼ਲ KM ਕਰਿਅੱਪਾ ਨੇ। ਇਹ ਦਿਨ ਉਹ ਰਿਟਾਇਰ ਹੋਏ ਸੀਗੇ। ਇਸੇ ਦਿਨ ਆਪਣਾ ਸੋਲ ਆਫ ਜਿਹੜੇ ਆਪਣੇ ਮਿਨਿਸਟਰੀ ਆਫ ਡਿਫੈਂਸ ਹੈ, ਉਹਨੇ ਇੱਕ ਚੈਲੰਜ ਜਾਂ ਇੱਕ ਪ੍ਰੋਗਰਾਮ ਚਲਾਇਆ ਜਿਹਨੂੰ ਬੋਲਦੇ ਨੇ ਸੋਲ ਆਫ ਸਟੀਲ ਅਲਪਾਈਨ। ਉਹ ਪੁੱਛੂਗਾ ਸੋਲ ਆਫ ਸਟੀਲ ਅਲਪਾਈਨ ਕਿਹਨੇ ਲਾਂਚ ਕੀਤਾ? ਯਾਦ ਰੱਖਿਓ ਡਿਫੈਂਸ ਮਿਨਿਸਟਰੀ ਨੇ, ਰਾਜਨਾਥ ਸਿੰਘ ਜੀ ਨੇ। ਕਿੱਥੇ ਲਾਂਚ ਕੀਤਾ? ਉੱਤਰਾਖੰਡ ਦੇ ਵਿੱਚ। ਕਾਹਦੇ ਵਾਸਤੇ ਲਾਂਚ ਕੀਤਾ? ਟੂ ਪ੍ਰਮੋਟ ਟੂਰਿਜ਼ਮ ਇਨ ਬਾਰਡਰ ਏਰੀਆ। ਦੋ ਨਿਊਜ਼ ਕਵਰ ਹੋ ਗਈਆਂ ਤੁਹਾਡੀਆਂ ਇਹਦੇ ਵਿੱਚ, ਆਰਮਡ ਫੋਰਸਿਸ ਵੈਟਰਨ ਡੇ, ਦੂਜੀ ਆਹ ਵੀ ਇੱਕ ਆਪਦੇ ਆਪ 'ਚ ਨਿਊਜ਼ ਹੈ ਵੀ ਸੋਲ ਆਫ ਸਟੀਲ ਅਲਪਾਈਨ। ਇਹ ਕੀ ਹੈ? ਸੋਲ ਆਫ ਸਟੀਲ ਅਲਪਾਈਨ ਚੈਲੰਜ, ਇਹ ਯੂਨੀਅਨ ਮਿਨਿਸਟਰੀ ਦਾ, ਡਿਫੈਂਸ ਮਿਨਿਸਟਰੀ ਦਾ ਇਨੀਸ਼ੀਏਟਿਵ ਹੈ। ਕਾਹਦੇ ਵਾਸਤੇ? ਟੂਰਿਜ਼ਮ ਨੂੰ ਪ੍ਰਮੋਟ ਕਰਨਾ, ਕਿਹਦੇ ਵਿੱਚ? ਬਾਰਡਰ ਏਰੀਆਜ਼ ਦੇ ਵਿੱਚ। ਠੀਕ ਹੈ, ਦੇਹਰਾਦੂਨ ਦੇ ਵਿੱਚ ਇਹ ਲਾਂਚ ਕੀਤਾ, ਯਾਦ ਰੱਖਿਓ, ਵੈਰੀ ਇੰਪੋਰਟੈਂਟ। ਸੋ ਇਸੇ ਓਕੇਜਨ ਦੇ ਦੌਰਾਨ ਇਹਨੂੰ ਲਾਂਚ ਕੀਤਾ, ਸੋਲ ਆਫ ਸਟੀਲ ਅਲਪਾਈਨ। ਉਦੋਂ ਬਾਅਦ 75ਵਾਂ ਇੰਡੀਅਨ ਆਰਮੀ ਡੇ ਮਨਾਇਆ ਜਾਂਦਾ। ਆਰਮੀ ਡੇ ਕਦੋਂ ਮਨਾਇਆ ਜਾਂਦਾ? 15 ਜਨਵਰੀ ਨੂੰ। ਕਿਉਂਕਿ 15 ਜਨਵਰੀ 1949 ਨੂੰ ਪਹਿਲੇ ਕਮਾਂਡਰ ਇਨ ਚੀਫ ਇੰਡੀਅਨ ਬਣੇ ਸੀਗੇ। ਇਹਨਾਂ ਨੇ ਇਹਦੋਂ ਪਹਿਲਾਂ ਆਹ ਸੀਗੇ ਲਾਸਟ ਬ੍ਰਿਟਿਸ਼ ਕਮਾਂਡਰ ਇਨ ਚੀਫ। ਆਹ ਸੀਗੇ ਇਹਨਾਂ ਦਾ, ਕਈਆਂ ਨੂੰ ਨਹੀਂ ਪਤਾ ਹੁੰਦਾ। ਦੇਖੋ ਮੈਂ ਕਿਵੇਂ ਯਾਦ ਕੀਤਾ ਹੋਇਆ, ਬੱਚਰ। ਠੀਕ ਹੈ, ਮਤਲਬ ਜਿਵੇਂ ਬੱਚਰ ਕਸਾਈ ਹੁੰਦਾ ਨਾ, ਉਵੇਂ ਵੀ ਆਪਾਂ ਨੇ ਲਾਸਟ ਜਿਹੜਾ ਕਮਾਂਡਰ ਇਨ ਅੰਗਰੇਜ਼ ਚੀਫ ਸੀ ਕੀ ਸੀ ਉਹਦਾ ਨਾਲ? ਸਰ ਫਰਾਂਸਿਸ ਰੋਬਰਟ ਰॉय ਬੱਚਰ। ਬੱਚਰ ਤੋਂ ਆਪਣਾ KM ਕਰਿਅੱਪਾ ਨੂੰ ਲੈ ਲਈਆਂ ਸੀ। ਠੀਕ ਹੈ, 15 ਜਨਵਰੀ ਨੂੰ। ਉਦੋਂ ਬਾਅਦ 'ਚ ਇਹਦੀ ਹੁਣੇ ਡੈਥ ਹੋਈ ਹੈ ਮੁਕਰਮ ਜਾ। ਉਹ ਪੁੱਛੂਗਾ ਮੁਕਰਮ ਜਾ ਕੌਣ ਸੀ? ਤਾਂ ਯਾਦ ਰੱਖਿਓ ਇਹ ਲਾਸਟ ਨਿਜ਼ਾਮ ਸੀ ਹੈਦਰਾਬਾਦ ਦਾ। ਕੀ ਨਾਮ ਸੀ? ਮੁਕਰਮ ਜਾ। ਅਤੇ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ? ਇਹਨਾਂ ਦਾ ਅਸਲੀ ਨਾਮ ਤਾਂ ਆਹ ਸੀਗਾ ਨਵਾਬ ਮੀਰ ਬਰਕਤ ਅਲੀ ਬਾਲਾ ਸ਼ਾਨ ਮੁਕਰਮ ਜਾ ਬਹਾਦਰ। ਪਰ ਤੁਸੀਂ ਆਹੀ ਯਾਦ ਕਰ ਲਓ ਮੇਨ। ਤਾਂ ਲਾਸਟ ਨਿਜ਼ਾਮ ਆਫ ਹੈਦਰਾਬਾਦ, ਮਤਲਬ ਉਹਨਾਂ ਦੀ ਫੈਮਿਲੀ ਦਾ ਜਿਹੜਾ ਲਾਸਟ ਨਿਜ਼ਾਮ ਸੀ, ਇਹਦੀ ਹੁਣੀ ਡੈਥ ਹੋਈ ਹੈ। ਉਹ ਪੁੱਛੂਗਾ ਮੁਕਰਮ ਜਾ ਕੌਣ ਸੀ? ਯਾਦ ਰੱਖਿਓ ਇਹ ਹੈਦਰਾਬਾਦ ਨਾਲ ਐਸੋਸੀਏਟਡ ਸੀ। ਇਟ ਵਾਜ਼ ਦਾ ਫਰੋਮ ਦਾ ਫੈਮਿਲੀ ਆਫ ਨਿਜ਼ਾਮਸ ਆਫ ਹੈਦਰਾਬਾਦ। ਕੀ ਨਾਮ ਸੀ? ਮੁਬਾਰਕ ਜਾ। ਹੁਣ ਪੁੱਛ ਲੂਗਾ ਫਸਟ ਨਵਾਬ ਕੌਣ ਸੀ ਫਿਰ ਹੈਦਰਾਬਾਦ ਦਾ? ਆਪਾਂ ਨੇ ਸਾਰਿਆਂ ਨੇ ਆਹ ਪੜ੍ਹਿਆ ਹੁੰਦਾ, ਆਪਸ਼ਨ 'ਚ ਵੀ ਤੁਹਾਨੂੰ ਜ਼ਿਆਦਾਤਰ ਆਹੀ ਮਿਲੂਗਾ, ਨਿਜ਼ਾਮ ਉਲ ਮੁਲਕ। ਫਸਟ ਨਵਾਬ ਆਫ ਹੈਦਰਾਬਾਦ ਨਿਜ਼ਾਮ ਉਲ ਮੁਲਕ। ਪਰ ਇਹਦਾ ਅਸਲੀ ਨਾਮ ਬਹੁਤ ਭੈੜਾ ਹੈ। ਠੀਕ ਹੈ, ਇੱਕ ਵਾਰੀ ਉਹਨੂੰ ਵੀ ਦੇਖ ਲਓ। ਮੀਰ ਕਾਦਰ ਉਦ ਦਿਨ ਖਾਨ ਸਿੱਦਕੀ ਬਾਏਫੰਦੀ। ਆਹ ਸੀ ਪਹਿਲਾ ਨਵਾਬ ਹੈਦਰਾਬਾਦ ਦਾ। ਆਹ ਸਾਰੇ ਇਸੇ ਦੇ ਨਾਂ ਨੇ, ਚਿਨਕਲਿਕ ਕਮਾਰੂਦੀਨ ਖਾਨ ਜਾਂ ਆਸਫ ਜਾਂ ਨਿਜ਼ਾਮ ਬਨ ਜਾਂ ਨਿਜ਼ਾਮ ਉਲ ਮੁਲਕ। ਜ਼ਿਆਦਾਤਰ ਅਸੀਂ ਨਿਜ਼ਾਮ ਉਲ ਮੁਲਕ ਪੜ੍ਹਿਆ ਹੁੰਦਾ। ਪਹਿਲਾ ਨਵਾਬ ਹੈਦਰਾਬਾਦ ਦਾ ਨਿਜ਼ਾਮ ਉਲ ਮੁਲਕ, ਚਿਨਕਲਿਕ ਕਮਾਰੂਦੀਨ ਖਾਨ, ਆਸਫ ਨਿਜ਼ਾਮ ਬਨ, ਜਾਂ ਮੇਨ ਆਹ ਯਾਦ ਕਰ ਲਿਓ ਬਾਏਫੰਦੀ। ਠੀਕ ਹੈ, ਸਿੱਦਕੀ ਬਾਏਫੰਦੀ, ਮੀਰ ਕਾਮਿਰ ਉਦੀਨ ਖਾਨ ਸਿੱਦਕੀ। ਠੀਕ ਹੈ, ਤਾਂ ਨਿਊਜ਼ ਦੇ ਵਿੱਚ ਹੁਣ ਇਹ ਪਹਿਲਾ ਨਵਾਬ ਨਿਊਜ਼ ਦੇ ਵਿੱਚ ਨੇ। ਤਾਂ ਪਹਿਲਾ ਨਵਾਬ ਬੰਗਾਲ ਦਾ ਹੀ ਪੁੱਛ ਸਕਦਾ, ਉਹ ਵੀ ਇੰਪੋਰਟੈਂਟ ਹੈ। ਉਹ ਹੋ ਗਿਆ ਮੁਰਸ਼ਦ ਕੁਲੀ ਖਾਨ। ਬੰਗਾਲ ਦਾ ਪਹਿਲਾ ਨਵਾਬ ਮੁਰਸ਼ਦ ਕੁਲੀ ਖਾਨ। ਅਵਧ ਦਾ ਪਹਿਲਾ ਨਵਾਬ ਸਾਦਤ ਅਲੀ ਖਾਨ। ਅਵਧ ਦਾ ਸਾਦਤ ਅਲੀ ਖਾਨ। ਇਹ ਇੰਪੋਰਟੈਂਟ ਨੇ ਤਿੰਨੇ। ਹੈਦਰਾਬਾਦ ਦਾ ਨਿਜ਼ਾਮ ਉਲ ਮੁਲਕ, ਬੰਗਾਲ ਦਾ ਮੁਰਸ਼ਦ ਕੁਲੀ ਖਾਨ, ਅਵਧ ਦਾ ਸਾਦਤ ਅਲੀ ਖਾਨ। ਠੀਕ ਹੈ, ਤਾਂ ਹੁਣੀ ਡੈਥ ਹੋਈ ਹੈ ਮੁਬਾਰਕ ਜਾ ਦੀ। ਲਾਸਟ ਨਵਾਬ ਸੀ ਹੈਦਰਾਬਾਦ ਦਾ। ਅਗਲੀ ਪਹਿਲੀ ਵੂਮੈਨ ਆਫਿਸਰ ਜਿਨ੍ਹਾਂ ਨੂੰ ਪੋਸਟ ਕੀਤਾ ਕਿਸੇ ਫੋਰਨ ਸੋਇਲ 'ਤੇ, ਮਤਲਬ ਕਿਸੇ ਹੋਰ ਦੇਸ਼ ਦੇ ਵਿੱਚ ਉਹਨਾਂ ਦੀ ਡਿਊਟੀ ਲਾਈ ਆਰਮੀ ਆਫਿਸਰ। ਤਾਂ ਕੀ ਨਾਮ ਹੈ ਉਹਨਾਂ ਦਾ?
कैप्टन सुरभि जखमोला, कैप्टन सुरभि जखमोला, ठीक है। सूरवीर सी, सूरवीर ਤਾਂ ਹੀ ਕਿਸੇ ਬਗਾਨੇ ਦੇ ਹੋਰ ਦੇਸ਼ ਭੇਜਿਆ, ਠੀਕ ਹੈ। ਮਤਲਬ ਫਸਟ ਇੰਡੀਅਨ ਵੂਮਨ ਆਫਿਸਰ ਜਿਹੜੇ ਕਿਸੇ ਫੋਰਨ ਸੋਇਲ ਤੇ ਲਾਏ ਗਏ ਨੇ, ਸੁਰਭੀ ਜਖਮੋਲਾ। ਕਿੱਥੇ, ਕਿਹੜੇ ਪ੍ਰੋਜੈਕਟ ਦੇ ਵਿੱਚ? ਪ੍ਰੋਜੈਕਟ ਦੰਤਕ। ਕਿੱਥੋਂ ਦਾ ਇਹ? ਭੂਟਾਨ ਦਾ। ਮਤਲਬ ਇੱਕ ਤਰ੍ਹਾਂ ਦੀ ਇਹਨੇ ਪੋਸਟਿੰਗ ਭੂਟਾਨ ਕੀਤੀ ਗਈ ਹੈ, ਠੀਕ ਹੈ। ਫਸਟ ਇੰਡੀਅਨ ਆਫਿਸਰ ਟੂ ਬੀ ਪੋਸਟਡ ਔਨ ਫੋਰਨ ਅਸਾਈਨਮੈਂਟ, ਸੁਰਭੀ ਜਖਮੋਲਾ, ਪ੍ਰੋਜੈਕਟ ਦੰਤਕ ਆਫ ਭੂਟਾਨ ਦੇ ਵਿੱਚ। ਜੰਮੂ ਐਂਡ ਕਸ਼ਮੀਰ ਨੂੰ ਫ੍ਰੀ ਏਰੀਆ ਡਿਕਲੇਅਰ ਕਰਤਾ ਕਾਹਦੇ ਵਾਸਤੇ? ਆਹ ਐਕਟ ਦੇ ਤਹਿਤ ਵੀ ਪਰਪਸ ਫॉर ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਇਨਫੈਕਟੀਅਸ ਐਂਡ ਕੰਟੀਨਿਊਸ ਡਿਸੀਜ਼ ਇਨ ਐਨੀਮਲ ਐਕਟ। ਵੀ ਮਤਲਬ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜੀਆਂ ਆਹ ਇਨਫੈਕਟੀਅਸ ਡਿਸੀਜ਼ ਨੇ ਜਾਂ ਐਨੀਮਲਸ ਦੇ ਵਿੱਚ ਜਿਹੜੀਆਂ ਕੰਟੈਕਟ ਦੇ ਨਾਲ ਇੱਕ ਦੂਜੇ ਨੂੰ ਜਾ ਸਕਦੀਆਂ ਨੇ, ਵੀ ਉਹਦੇ ਫ੍ਰੀ ਸਟੇਟ ਹੈ। ਵੀ ਜੰਮੂ ਐਂਡ ਕਸ਼ਮੀਰ ਦੇ ਐਨੀਮਲਸ ਇਹੋ ਜਿਹੀਆਂ ਡਿਸੀਜ਼ ਨਹੀਂ ਹੈਗੀਆਂ। ਤਾਂ ਯਾਦ ਰੱਖਿਓ ਕਿਹੜੀ ਸਟੇਟ ਨੂੰ ਜਾਂ ਕਿਹੜੀ ਯੂਟੀ ਹੈ ਤਾਂ ਹੁਣ ਕਿਹੜੀ ਯੂਟੀ ਨੂੰ ਫ੍ਰੀ ਏਰੀਆ ਡਿਕਲੇਅਰ ਕਰਤਾ ਫॉर ਪਰਪਸ ਆਫ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਇਨਫੈਕਟੀਅਸ ਐਂਡ ਕੰਟੀਨਿਊਸ ਡਿਸੀਜ਼ ਆਫ ਐਨੀਮਲਸ ਐਕਟ 2009, ਤਾਂ ਜੰਮੂ ਐਂਡ ਕਸ਼ਮੀਰ, ਠੀਕ ਹੈ। ਉਦੋਂ ਬਾਅਦ 'ਚ ਬੈਸਟ ਸਮੋਲ ਬੈਂਕ ਅਵਾਰਡ, ਤਾਂ ਯਾਦ ਰੱਖਿਓ ਇੱਕ ਤਾਂ ਸੀਗਾ ਬੈਂਕਰਸ ਬੈਂਕ ਆਫ ਦਾ ਈਅਰ 2022, ਬੈਂਕਰਸ ਬੈਂਕ ਆਫ ਦਾ ਈਅਰ, ਇੱਕ ਬੈਂਕਰ ਮੈਗਜ਼ੀਨ ਹੈ ਉਹ ਦਿੰਦੀ ਹੈ ਅਵਾਰਡ ਬੈਂਕ ਆਫ ਦਾ ਈਅਰ। ਤਾਂ 2022 ਦਾ ਬੈਂਕ ਆਫ ਦਾ ਈਅਰ ਮੈਂ ਤੁਹਾਨੂੰ ਪਹਿਲਾਂ ਹੀ ਪੜ੍ਹਾਇਆ ਸੀ, ਕਿਹੜਾ ਸੀ ਆਪਣੇ ਕੋਲ? ਕੈਨਰਾ ਬੈਂਕ। ਜੇ ਬੈਂਕ ਆਫ ਦਾ ਈਅਰ ਪੁੱਛੂਗਾ, ਵੈਰੀ ਵੈਰੀ ਇੰਪੋਰਟੈਂਟ ਹੈ ਕੈਨਰਾ ਬੈਂਕ। ਪਰ ਜੋ ਪੁੱਛੂ ਬੈਸਟ ਸਮਾਲ ਬੈਂਕ 2022 ਦਾ, ਤਾਂ TMB, ਤਾਮਿਲਨਾਡੂ ਮਰਕੈਂਟਾਈਲ ਬੈਂਕ, ਤਾਮਿਲਨਾਡੂ ਮਰਕੈਂਟਾਈਲ ਬੈਂਕ, ਠੀਕ ਹੈ। ਸਮਾਲ 'ਚ ਤਾਮਿਲਨਾਡੂ ਮਰਕੈਂਟਾਈਲ ਬੈਂਕ। ਉਸ ਤੋਂ ਬਾਅਦ ਪੜ੍ਹੋ ਪ੍ਰਦੇਸ਼ ਸਕੀਮ। ਇਹ ਪੜ੍ਹੋ ਪ੍ਰਦੇਸ਼ ਸਕੀਮ ਨਿਊਜ਼ 'ਚ ਕਦੋਂ ਆਈ? ਕਿਉਂਕਿ ਇਹਨੂੰ ਡਿਸਕੰਟੀਨਿਊ ਕਰਤਾ, ਮਤਲਬ ਬੰਦ ਕਰਤੀ। ਇਹ ਕਿਹਦੀ ਸੀ? ਮਿਨਿਸਟਰੀ ਆਫ ਮਾਈਨੋਰਟੀ ਅਫੇਅਰ ਦੀ ਸਕੀਮ ਸੀ, ਮਤਲਬ ਮਾਈਨੋਰਟੀ ਵਾਲੇ ਬੱਚਿਆਂ ਵਾਸਤੇ। ਪੜ੍ਹੋ ਪ੍ਰਦੇਸ਼ ਨਾਂ ਦੀ ਕਲੀਅਰ ਹੈ ਵੀ ਕਿੱਥੇ ਪੜ੍ਹੋ ਜਾ ਕੇ? ਪ੍ਰਦੇਸ਼ 'ਚ। ਵੀ ਜਿਹੜੇ ਮਾਈਨੋਰਟੀ ਨਾਲ ਮਤਲਬ ਆਪਣੇ ਕੋਲੇ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਤਾਂ ਸਰਕਾਰ ਉਹਨਾਂ ਨੂੰ ਇੰਟਰਸਟ ਰਹਿਤ, ਇੰਟਰਸਟ ਦੇ ਉੱਪਰ ਸਬਸਿਡੀ, ਮਤਲਬ ਜਿਹੜੇ ਲੋਨ ਦਿੰਦੀ ਸੀਗੀ ਉਹਨਾਂ ਦੇ ਉੱਪਰ ਇੰਟਰਸਟ ਸਬਸਿਡੀ 'ਤੇ ਲੋਨ ਦਿੰਦੀ ਸੀਗੀ ਵੀ ਜੇ ਕਿਸੇ ਨੇ ਬਾਹਰੇ ਆ ਕੇ ਪੜ੍ਹ ਲੈਣ ਓਵਰਸੀਜ਼ ਸਟੱਡੀਜ਼ ਵਾਸਤੇ। ਇਹ ਜੂਨ 2006 'ਚ ਲਾਂਚ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਜੀ ਵੇਲੇ, ਉਦੋਂ ਹੀ ਲਾਂਚ ਕੀਤੀ ਸੀ। ਅਤੇ ਹੁਣ ਇਹਨੂੰ ਕੀ ਕਰਤਾ? ਡਿਸਕੰਟੀਨਿਊ, ਠੀਕ ਹੈ। ਤਾਂ ਉਹ ਪੁੱਛ ਸਕਦੇ ਵੀ ਪੜ੍ਹੋ ਪ੍ਰਦੇਸ਼ ਸਕੀਮ ਕਦੋਂ ਆਈ ਸੀ? 2006 ਦੇ ਵਿੱਚ। ਕਾਹਦੇ ਵਾਸਤੇ ਸੀ? ਵੀ ਜੇ ਕਿਸੇ ਨੇ ਬਾਹਰੇ ਜਾਣਾ, ਮਾਈਨੋਰਟੀਜ਼ ਵਾਸਤੇ ਸੀ ਬੇਸਿਕਲੀ, ਵੀ ਉਹਨਾਂ ਨੂੰ ਜਿਹੜਾ ਲੋਨ ਮਿਲ ਜੂਗਾ ਬਾਹਰੇ ਪੜ੍ਹਨ 'ਤੇ, ਠੀਕ ਹੈ। ਤਾਂ ਉਹ ਇੰਟਰਸਟ ਸਬਸਿਡੀ ਉੱਪਰ ਮਿਲ ਜੂਗਾ। 2006 ਸ਼ੁਰੂ ਕੀਤੀ ਸੀ। ਅਤੇ ਕਿਹੜੇ ਬੈਂਕ ਇੰਪਲੀਮੈਂਟ ਕਰਦਾ ਸੀ ਇਹਨੂੰ? ਕੈਨਰਾ ਬੈਂਕ। ਕੈਨਰਾ ਬੈਂਕ ਇਸ ਵਾਰੀ ਨਿਊਜ਼ 'ਚ ਕਾਹਤੋਂ ਸੀਗਾ? ਕਿਉਂਕਿ ਬੈਂਕਰਸ ਬੈਂਕ ਆਫ ਈਅਰ, ਬੈਂਕ ਆਫ ਈਅਰ 2022 ਇਹਨੂੰ ਚੁਣਿਆ ਗਿਆ ਬਾਏ ਬੈਂਕਰਸ ਮੈਗਜ਼ੀਨ, ਠੀਕ ਹੈ। ਉਦੋਂ ਬਾਅਦ 'ਚ ਟੈਕ ਇਨਵੈਸਟਮੈਂਟ 2022 ਦੇ ਵਿੱਚ ਇੰਡੀਆ ਯਾਦ ਰੱਖਿਓ ਚੌਥੇ 'ਤੇ ਹੈ। ਮਤਲਬ ਜੇ ਆਪਾਂ ਦੇਖੀਏ ਵੀ ਇਹਦੇ ਵਿੱਚ ਵੀ ਆਪਣੇ ਕੋਲ ਟੈਕਨੋਲੋਜੀ ਦੇ ਵਿੱਚ ਇਨਵੈਸਟਮੈਂਟ ਹੈ ਨਾ, ਵੀ ਆਪਾਂ ਜਿਵੇਂ ਟੈਕਨੋਲੋਜੀ ਨੂੰ ਇਨਹੈਂਸ ਕਰ ਰਹੇ ਹਾਂ ਹੈ ਨਾ, ਆਉਣ ਵਾਲਾ ਜ਼ਮਾਨੇ ਦੀ ਟੈਕਨੋਲੋਜੀ ਦਾ, ਤਾਂ ਇੰਡੀਆ ਚੌਥੇ ਨੰਬਰ 'ਤੇ ਹੈ। ਪਹਿਲੇ 'ਤੇ USA ਹੈ, ਦੂਜੇ 'ਤੇ ਚਾਈਨਾ, ਤੀਜੇ 'ਤੇ UK ਹੈ, ਇੰਡੀਆ ਚੌਥੇ 'ਤੇ ਹੈ। USA 'ਤੇ ਯਾਦ ਰੱਖਿਓ USA 233.3 ਬਿਲੀਅਨ $, ਇਨਵੈਸਟ ਕੀਤੇ ਨੇ USA ਨੇ ਟੈਕਨੋਲੋਜੀ ਦੇ। ਇੰਡੀਆ ਨੇ 24.1 ਬਿਲੀਅਨ, ਜੇ ਯਾਦ ਰੱਖ ਸਕੇ। ਜਿਹੜੀ ਇਹ ਰਿਪੋਰਟ ਹੈ ਕਿਹਨੇ ਦਿੱਤੀ ਹੈ? ਡੀਲ ਰੂਮ ਐਂਡ ਲੰਡਨ ਪਾਰਟਨਰਸ, ਡੀਲ ਰੂਮ ਐਂਡ ਲੰਡਨ ਪਾਰਟਨਰਸ। ਆਹ ਇੰਪੋਰਟੈਂਟ ਹੈ। ਤਾਂ ਯਾਦ ਰੱਖਿਓ ਟੈਕ ਵੈਂਚਰ ਇਨਵੈਸਟਮੈਂਟਸ ਦੇ ਵਿੱਚ ਇੰਡੀਆ ਕਿੰਨਵੇਂ 'ਤੇ ਹੈ? ਚੌਥੇ 'ਤੇ। ਪਹਿਲੇ 'ਤੇ ਕੌਣ ਹੈ? USA। ਉਦੋਂ ਬਾਅਦ 'ਚ ਆ ਗਿਆ ਸਟਾਰਟਅਪ ਫੰਡਿੰਗ ਇਨ ਇੰਡੀਆ। ਸਟਾਰਟਅਪ ਫੰਡਿੰਗ ਇਨ ਇੰਡੀਆ ਕਿਹਦੇ ਦੁਆਰਾ ਰਿਲੀਜ਼ ਕੀਤਾ ਗਿਆ ਇਹ ਇੰਡੈਕਸ? ਟਰੈਕਸਨ ਦੁਆਰਾ। ਇਹਨੇ ਆਖਿਆ ਵੀ ਜਿਹੜਾ ਸਟਾਰਟਅਪ ਹੈ, ਸਟਾਰਟਅਪ ਹੁੰਦਾ ਜਦੋਂ ਕੋਈ ਨਵੀਂ ਮਤਲਬ ਇੱਕ ਕੋਈ ਨਵਾਂ ਆਪਾਂ ਇਨੀਸ਼ੀਏਟਿਵ ਲੈਂਦੇ ਹਾਂ ਨਾ, ਕੋਈ ਨਵੇਂ ਤਰ੍ਹਾਂ ਦੇ ਆਪਾਂ ਸਟਾਰਟਅਪਸ ਲਾਉਣੇ ਆ, ਤਾਂ ਉਹ 'ਚ ਪਹਿਲੇ ਨੰਬਰ 'ਤੇ ਬੈਂਗਲੁਰੂ ਹੈ। ਤਾਂ ਯਾਦ ਰੱਖਿਓ ਜਦੋਂ ਵੀ ਕੋਈ ਸਟਾਰਟਅਪ ਦੀ ਨਿਊਜ਼ ਆ ਗਈ, ਇਹ ਕਾਹਤੋਂ ਇੰਪੋਰਟੈਂਟ ਹੈ? ਕਿਉਂਕਿ ਨੈਸ਼ਨਲ ਸਟਾਰਟਅਪ ਡੇ 16 ਜਨਵਰੀ ਨੂੰ ਮਨਾਇਆ ਜਾਂਦਾ। ਆਹ ਦਿਨ ਬੜਾ ਇੰਪੋਰਟੈਂਟ ਹੈ। 16 ਜਨਵਰੀ ਨੂੰ ਕਿਹੜਾ ਦਿਨ ਮਨਾਇਆ ਜਾਂਦਾ? ਨੈਸ਼ਨਲ ਸਟਾਰਟਅਪ ਡੇ। ਤਾਂ ਫਿਰ ਉਦੋਂ ਸਟਾਰਟਅਪ ਫੰਡਿੰਗ ਇਨ ਇੰਡੀਆ ਰਿਲੀਜ਼ ਕੀਤਾ ਵੀ ਸਭ ਤੋਂ ਵੱਧ ਸਟਾਰਟਅਪ ਕਿੱਥੇ, ਕਿਹੜੀ ਸਿਟੀ 'ਚ ਲੱਗ ਰਹੇ ਨੇ। ਤਾਂ ਇੰਡੀਆ ਦੀ ਕਿਹੜੀ ਹੈ ਟੌਪ 'ਤੇ? ਬੰਗਲੁਰੂ। 10.8 ਬਿਲੀਅਨ ਦੀ ਇਨਵੈਸਟਮੈਂਟ ਹੋਈ ਹੈ 2022 ਦੇ ਵਿੱਚ ਸਟਾਰਟਅਪਸ ਦੇ ਵਿੱਚ। ਦੂਜੇ 'ਤੇ ਮੁੰਬਈ, ਤੀਜੇ 'ਤੇ ਗੁਰੂਗ੍ਰਾਮ, ਠੀਕ ਹੈ। ਸਟਾਰਟਅਪ ਬੰਗਲੁਰੂ ਐਂ ਯਾਦ ਰੱਖਿਓ, ਠੀਕ ਹੈ। ਸਟਾਰਟਅਪ ਜੇ ਕੋਈ ਵੀ ਸਟਾਰਟਅਪ ਸ਼ੁਰੂ ਕਰਨਾ ਤਾਂ ਬੰਗਲੁਰੂ ਵਗ ਜਾਓ, ਠੀਕ ਹੈ। ਮੁੰਬਈ, ਗੁਰੂਗ੍ਰਾਮ। ਉਦੋਂ ਬਾਅਦ 'ਚ EY ਦੀ ਰਿਪੋਰਟ ਆਈ ਹੈ, ਅਰਨੈਸਟ ਐਂਡ ਯੰਗ। ਇਹ ਕਹਿੰਦਾ ਜਿਹੜੀ ਇੰਡੀਆ ਦੀ ਇਕੋਨਮੀ ਹੈ ਉਹ 26 ਟ੍ਰਿਲੀਅਨ ਹੋ ਜੂਗੀ $, 26 ਟ੍ਰਿਲੀਅਨ 2047 ਤੱਕ। ਹੁਣ ਇਹਨੇ 2047 ਹੈ, ਪਤਾ ਕਾਹਤੋਂ ਆਖਿਆ? 2047 ਆਪਣੀ ਆਜ਼ਾਦੀ ਦਾ ਕਿੰਨਵਾਂ ਸਾਲ ਹੋਊਗਾ? ਆਪਾਂ ਕਦੋਂ ਆਜ਼ਾਦ ਹੋਏ ਸੀਗੇ? 1947। ਜੇ 'ਚ 100 ਸਾਲ ਜੋੜਨਾ ਕਿੰਨਾ ਬਣ ਜੂਗਾ? 2047। ਵੀ 100 ਸਾਲ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਇੰਡੀਆ ਦੀ ਇਕੋਨਮੀ ਹੈ ਉਹ 26 ਟ੍ਰਿਲੀਅਨ ਹੋ ਜੂਗੀ, ਐਕਸਪੈਕਟ ਕੀਤਾ ਹੈ EY ਨੇ, ਠੀਕ ਹੈ। ਕਈ ਵਾਰ ਉਹ ਪੁੱਛ ਸਕਦਾ ਹੈ ਵੀ ਅਰਨੈਸਟ ਯੰਗ ਨੇ ਰਿਪੋਰਟ ਦਿੱਤੀ ਆ, ਉਹਨੇ ਇੰਡੀਆ ਦੀ ਜਿਹੜੀ ਇਕੋਨਮੀ ਆਖਿਆ
ਉਹ 26 ਟ੍ਰਿਲੀਅਨ ਆਖਿਆ ਕਿਹੜੇ ਸਾਲ ਤੱਕ ਕਹੂਗਾ 2030 ਤੱਕ, ਠੀਕ ਹੈ, 40 ਤੱਕ, 50 ਤੱਕ, 47 ਤੱਕ, ਠੀਕ ਹੈ। ਤਾਂ ਯਾਦ ਰੱਖੋ ਕਿਹੜੇ ਸਾਲ ਤੱਕ, 2047 ਤੱਕ। ਜਿਹੜੀ ਅਰਨੈਸਟ ਯੰਗ ਹੈ ਜਿਹਨੇ ਰਿਪੋਰਟ ਦਿੱਤੀ, ਇਹਦੇ ਹੈੱਡਕੁਆਟਰ ਕਿੱਥੇ ਨੇ, ਲੰਡਨ ਦੇ ਵਿੱਚ। ਆਹ ਤੁਹਾਨੂੰ ਆਖਿਆ ਦਿਨ ਬੜਾ ਇੰਪੋਰਟੈਂਟ ਹੈ, ਵੈਰੀ ਵੈਰੀ ਇੰਪੋਰਟੈਂਟ ਡੇ ਹੈ ਨੈਸ਼ਨਲ ਸਟਾਰਟਅਪ ਡੇ। ਜਨਵਰੀ ਦੇ ਕਾਫੀ ਦਿਨ ਇੰਪੋਰਟੈਂਟ ਨੇ, 14 ਜਨਵਰੀ ਨੂੰ ਵੈਟਰਨਸ ਡੇ, 15 ਜਨਵਰੀ ਨੂੰ ਆਰਮੀ ਡੇ, 16 ਜਨਵਰੀ ਨੂੰ ਨੈਸ਼ਨਲ ਸਟਾਰਟਅਪ ਡੇ। ਕਿਹਦੇ ਦੁਆਰਾ ਆਰਗੇਨਾਈਜ਼ ਕੀਤਾ ਗਿਆ, DPIIT, ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, ਠੀਕ ਹੈ। ਤਾਂ ਕਿਹੜੀ ਮਿਨਿਸਟਰੀ ਅੰਡਰ, ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ। ਸਟਾਰਟਅਪ ਡੇ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਦੁਆਰਾ, ਮਿਨਿਸਟਰੀ ਦੇ ਦੁਆਰਾ ਬਣਾਇਆ ਗਿਆ। ਅਤੇ ਕਿਹੜੀ ਆਰਗੇਨਾਈਜੇਸ਼ਨ ਦੁਆਰਾ, DPIIT, ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ। ਅਗਲਾ ਵਰਲਡ ਹੈਬੀਟੇਟ ਅਵਾਰਡਸ 2022, ਯਾਦ ਰੱਖਿਓ ਉੜੀਸਾ ਨੂੰ ਮਿਲਿਆ ਬ੍ਰੌਂਜ ਮੈਡਲ। ਵਰਲਡ ਹੈਬੀਟੇਟ ਅਵਾਰਡਸ ਦਿੱਤੇ ਗਏ ਸੀ 2022 ਦੇ ਵਿੱਚ, ਕਿਹਨੂੰ ਮਿਲਿਆ, ਉੜੀਸਾ ਨੂੰ। ਕਿਹਦੇ ਵਾਸਤੇ, ਜਗਾ ਮਿਸ਼ਨ। ਜਗਾ ਮਿਸ਼ਨ ਬੇਸਿਕਲੀ ਇਹਨਾਂ ਪਤਾ ਕੀ ਹੈ, ਉੜੀਸਾ ਲਿਵਲੀਹੁੱਡ ਮਿਸ਼ਨ ਹੈ। ਇਹਦੇ ਵਿੱਚ ਇਹਨਾਂ ਨੇ ਜਿਹੜੀ ਲੈਂਡ ਹੈ ਅਤੇ ਜਿਹੜਾ ਮਤਲਬ ਸਲਮ ਡੌਗਸ ਹੁੰਦੇ ਨੇ, ਮਤਲਬ ਹੈ ਨਾ, ਉਹਨਾਂ ਵਾਸਤੇ ਇੱਕ ਤਰ੍ਹਾਂ ਦਾ ਇਹਨਾਂ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ, ਉਹਨਾਂ ਦੇ ਰਹਿਣ ਸਹਿਣ ਦਾ, ਹੈ ਨਾ। ਤਾਂ ਜਗਾ ਮਿਸ਼ਨ ਵਾਸਤੇ ਉੜੀਸਾ ਨੂੰ ਵਰਲਡ ਹੈਬੀਟੇਟ ਅਵਾਰਡ ਮਿਲਿਆ, ਵੈਰੀ ਵੈਰੀ ਇੰਪੋਰਟੈਂਟ ਹੈ। ਆਹ ਜਗਾ ਮਿਸ਼ਨ ਵੀ ਪੁੱਛ ਲੂਗਾ, ਜਗਾ ਮਿਸ਼ਨ ਕਿਹਦਾ ਹੈ, ਉੜੀਸਾ ਦਾ। ਇਹਨੂੰ 5T ਪ੍ਰੋਗਰਾਮ ਵੀ ਕਿਹਾ ਜਾਂਦਾ, 5T ਪਤਾ ਕਾ ਤੋਂ, T ਤੇ ਟਰਾਂਸਪੇਰੈਂਸੀ, ਟੈਕਨੋਲੋਜੀ, ਟੀਮ ਵਰਕ, ਟਾਈਮ, ਟਰਾਂਸਫੋਰਮੇਸ਼ਨ। ਕਈ ਵਾਰ ਪੁੱਛ ਸਕਦਾ ਵੀ ਜਗ੍ਹਾ ਦਾ 5T ਪ੍ਰੋਗਰਾਮ, ਉਹ 'ਚ 5T ਦੀ ਫੁੱਲ ਫਾਰਮ ਕੀ ਹੈ, ਟਰਾਂਸਪੇਰੈਂਸੀ, ਟੈਕਨੋਲੋਜੀ, ਟੀਮ ਵਰਕ, ਟਾਈਮ ਅਤੇ ਟਰਾਂਸਫੋਰਮੇਸ਼ਨ। ਬਸ ਮੇਨ ਗੱਲ ਆ ਯਾਦ ਰੱਖਿਓ, ਵਰਲਡ ਹੈਬੀਟੇਟ ਅਵਾਰਡਸ ਕਿਹਨੂੰ ਮਿਲਿਆ ਇੰਡੀਆ ਵਿੱਚ, ਉੜੀਸਾ ਨੂੰ। ਕਿਹੜਾ ਮੈਡਲ, ਬ੍ਰੌਂਜ। ਕਾਹਦੇ ਵਾਸਤੇ, ਜਗਾ ਮਿਸ਼ਨ। ਜਗਾ ਮਿਸ਼ਨ ਕਿਹਦਾ ਹੈ, ਉੜੀਸਾ ਦਾ, ਠੀਕ ਹੈ। ਉਦੋਂ ਬਾਅਦ 'ਚ ਐਗਜ਼ੀਕਿਊਟਿਵ ਡਾਇਰੈਕਟਰ ਆਫ UNEP, ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ, ਇੰਪੋਰਟੈਂਟ ਹੈ। ਇਹ 5 ਜੂਨ 1972 ਨੂੰ ਬਣਿਆ ਸੀ, ਤਾਂ ਕਰਕੇ 5 ਜੂਨ ਨੂੰ ਵਰਲਡ ਇਨਵਾਇਰਮੈਂਟ ਡੇ ਮਨਾਇਆ ਜਾਂਦਾ। ਆ ਪੇਪਰ 'ਚ ਬਹੁਤ ਵਾਰੀ ਦਿਨ ਪੁੱਛਿਆ ਗਿਆ, ਵਰਲਡ ਇਨਵਾਇਰਮੈਂਟ ਡੇ ਕਦੋਂ ਮਨਾਇਆ ਜਾਂਦਾ, 5 ਜੂਨ, ਕਿਉਂਕਿ 5 ਜੂਨ 1972 ਨੂੰ ਕੀ ਬਣਿਆ ਸੀ, ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ। ਜ਼ਿਆਦਾਤਰ ਜਿਹਦੇ ਮੂਹਰੇ UN ਲੱਗ ਜਾਏ ਉਹਦੇ ਹੈੱਡਕੁਆਟਰ ਹੁੰਦੇ ਨੇ ਨਿਊਯਾਰਕ ਦੇ ਵਿੱਚ, ਪਰ UNESCO ਦੇ ਪੈਰਿਸ ਦੇ ਵਿੱਚ ਨੇ, ਅਤੇ UNEP ਦੇ ਨੈਰੋਬੀ, ਕੇਨੀਆ ਦੇ ਵਿੱਚ ਨੇ। UNEP ਦੇ ਕਿੱਥੇ ਨੇ, ਨੈਰੋਬੀ, ਕੇਨੀਆ ਦੇ ਵਿੱਚ। ਅਤੇ ਇਹਦਾ ਹੁਣ ਨਵਾਂ ਐਗਜ਼ੀਕਿਊਟਿਵ ਡਾਇਰੈਕਟਰ ਲੱਗਿਆ, ਉਹਦਾ ਨਾਮ ਯਾਦ ਰੱਖਿਓ, ਇੰਗਰ ਐਂਡਰਸਨ, ਡੈਨਮਾਰਕ ਦਾ। ਤਾਂ ਐਗਜ਼ੀਕਿਊਟਿਵ ਡਾਇਰੈਕਟਰ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਦਾ ਕਿਹੜਾ ਬਣਿਆ, ਇੰਗਰ ਐਂਡਰਸਨ, ਕਿੱਥੋਂ ਦਾ, ਡੈਨਮਾਰਕ ਦਾ। ਇੰਗਰ ਐਂਡਰਸਨ, ਡੈਨਮਾਰਕ ਦਾ, ਠੀਕ ਹੈ। ਉਹਦੇ ਬਾਅਦ 'ਚ ਸਾਈਕਲੋਨ 1, ਇਹ ਐਕਸਰਸਾਈਜ਼ ਹੈ ਇੰਡੀਆ ਅਤੇ ਇਜਿਪਟ ਦੀ, ਠੀਕ ਹੈ। ਇੰਡੀਆ ਅਤੇ ਇਜਿਪਟ ਦੀ ਆਰਮੀ ਦੀ, ਇੰਡੀਆ ਅਤੇ ਇਜਿਪਟ ਦੀ ਆਰਮੀ, ਇੰਡੀਅਨ ਆਰਮੀ ਅਤੇ ਇਜਿਪਟ ਆਰਮੀ। ਉਹ ਪੁੱਛੂਗਾ ਸਾਈਕਲੋਨ 1 ਕਿਹੜੇ ਕਿਹੜੇ ਦੇਸ਼ ਦੀ ਐਕਸਰਸਾਈਜ਼ ਹੈ, ਇੰਡੀਆ ਅਤੇ ਇਜਿਪਟ ਆਰਮੀ ਦੀ। ਪਹਿਲਾ ਹੀ ਐਡੀਸ਼ਨ ਹੈ, ਪਹਿਲੀ ਵਾਰੀ ਹੋਇਆ, ਅਤੇ ਕਿੱਥੇ ਹੋਇਆ, ਜੈਸਲਮੇਰ, ਰਾਜਸਥਾਨ ਦੇ ਵਿੱਚ। ਤਾਂ ਇੰਪੋਰਟੈਂਟ ਹੈ ਇਹ ਐਕਸਰਸਾਈਜ਼, ਸਾਈਕਲੋਨ 1, ਇੰਡੀਆ ਅਤੇ ਇਜਿਪਟ ਦੀ ਪਹਿਲੀ ਐਡੀਸ਼ਨ ਹੈ, ਕਿੱਥੇ ਹੋਇਆ, ਜੈਸਲਮੇਰ, ਰਾਜਸਥਾਨ ਦੇ ਵਿੱਚ। ਉਦੋਂ ਬਾਅਦ 'ਚ ਆ ਇੱਕ ਇੰਡੈਕਸ ਆਇਆ ਸੀ, ਬ੍ਰਾਂਡ ਗਾਰਡੀਅਨ ਇੰਡੈਕਸ 2023। ਇਹ 'ਚ ਆਪਣੇ ਮੁਕੇਸ਼ ਅੰਬਾਨੀ ਜੀ ਦੂਜੇ ਨੰਬਰ 'ਤੇ ਨੇ ਵਰਲਡ 'ਚ, ਇੰਡੀਆ 'ਚੋਂ ਪਹਿਲੇ 'ਤੇ, ਵਰਲਡ 'ਚੋਂ ਦੂਜੇ 'ਤੇ, ਠੀਕ ਹੈ। ਤਾਂ ਸਿੱਧਾ ਯਾਦ ਰੱਖ ਲਿਓ, ਜਿਹੜਾ ਇਹ ਇੰਡੈਕਸ ਹੈ ਇਹ ਪਹਿਲਾਂ ਕਾਹਦੇ ਵਾਸਤੇ ਹੁੰਦਾ, ਜਿਹੜੇ ਵਰਲਡ ਦੇ 100 CEO ਹੁੰਦੇ ਨੇ, ਚੀਫ ਐਗਜ਼ੀਕਿਊਟਿਵ ਆਫਿਸਰ, ਜਾਂ ਉਹਦੇ ਇਕੁਇਵਲੈਂਟ, ਮਤਲਬ ਕਿਸੇ ਕੰਪਨੀ ਦੇ, ਵਧੀਆ ਕੰਪਨੀ ਦੇ ਜਿਹੜੇ ਸਭ ਤੋਂ ਉੱਪਰਲੀ ਪੋਸਟ 'ਤੇ CEO ਉਹ ਹੁੰਦੇ ਨੇ, ਜਾਂ ਉਹਦੇ ਇਕੁਇਵਲੈਂਟ ਹੁੰਦੇ ਨੇ, ਠੀਕ ਹੈ। ਉਹਨਾਂ ਨੂੰ, ਉਹਨਾਂ ਦਾ ਇੰਡੈਕਸ ਹੁੰਦਾ। ਪਹਿਲੇ ਨੰਬਰ 'ਤੇ ਹੈ ਜੈਨਸਨ ਹੁਆਂਗ, ਜੈਨਸਨ ਹੁਆਂਗ। ਇਹ ਨਵੀਡੀਆ ਦਾ CEO ਹੈ, ਪ੍ਰੈਜ਼ੀਡੈਂਟ ਵੀ ਹੈ ਅਤੇ CEO ਵੀ ਹੈ, ਕਿਹਦਾ, ਨਵੀਡੀਆ ਦਾ। ਦੂਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਤੀਜੇ 'ਤੇ ਸਤਿਆ ਨਡੇਲਾ, ਜਿਹੜੇ ਮਾਈਕਰੋਸੋਫਟ ਦੇ CEO ਨੇ, ਤੀਜੇ 'ਤੇ ਸਤਿਆ ਨਡੇਲਾ। ਤਾਂ ਬਸ ਆਹ ਕਈ ਵਾਰ ਇਹ ਪੁੱਛੂਗਾ ਵੀ BGI ਇੰਡੈਕਸ ਦੇ ਵਿੱਚ ਇੰਡੀਅਨ ਟੌਪ ਕਿਹੜਾ, ਮੁਕੇਸ਼ ਅੰਬਾਨੀ। ਵੈਸੇ ਗਲੋਬਲੀ ਰੈਂਕ ਕਹਿੰਦਾ ਮੈਂ ਇਹਨਾਂ ਦਾ ਦੂਜਾ, ਕਿਤੇ ਗਲੋਬਲੀ ਟੌਪ ਨਾ ਬਣਾ ਦਿਓ, ਗਲੋਬਲੀ ਟੌਪ 'ਤੇ ਕਿਹੜਾ, ਜੈਨਸਨ ਹੁਆਂਗ। ਅਗਲਾ, ਇੰਡੀਆ ਦਾ ਪਹਿਲਾ SILC ਕਿੱਥੇ ਬਣ ਰਿਹਾ, SILC ਹੈ, S ਦਾ ਮਤਲਬ ਸਟੈਮ, ਸਾਇੰਸ ਟੈਕਨੋਲੋਜੀ, ਠੀਕ ਹੈ। MAI ਦੀ ਫੁੱਲ ਫਾਰਮ, ਸਟੈਮ ਇਨੋਵੇਸ਼ਨ ਐਂਡ ਲਰਨਿੰਗ ਸੈਂਟਰ, ਕਿੱਥੇ ਖੁੱਲ੍ਹ ਰਿਹਾ, ਚੇਨਈ ਦੇ ਵਿੱਚ। ਇੰਡੀਆ ਦਾ ਪਹਿਲਾ ਸਟੈਮ ਇਨੋਵੇਸ਼ਨ ਐਂਡ ਲਰਨਿੰਗ ਸੈਂਟਰ ਕਿੱਥੇ ਖੁੱਲ੍ਹ ਰਿਹਾ, ਚੇਨਈ ਦੇ ਵਿੱਚ। ਸਿੱਧੀ 1 ਲਾਈਨਰ ਹੈ, ਯਾਦ ਕਰਨਾ ਪਊਗਾ ਕਿਸੇ ਨਾ ਕਿਸੇ ਲੋਟ। ਤਾਂ ਇਹਨੂੰ ਸਟੈਮ ਚੇਨਈ, ਸਟੈਮ ਚੇਨਈ, ਕਿਸੇ ਲੋਟ ਇਹਨੂੰ ਰਿਲੇਟ ਕਰ ਲਿਓ। ਇੰਡੀਆ ਦਾ ਪਹਿਲਾ ਸਟੈਮ ਇਨੋਵੇਸ਼ਨ ਐਂਡ ਲਰਨਿੰਗ ਸੈਂਟਰ ਚੇਨਈ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇੰਡੀਆ ਦਾ ਪਹਿਲਾ 5G ਇਨੇਬਲਡ ਡਰੋਨ, ਵੀ ਮਤਲਬ 5G ਡਰੋਨ ਹੈ, ਵੀ 5G ਇੱਕ ਤਰ੍ਹਾਂ ਦਾ 5G ਇਨੇਬਲਡ ਹੈ। ਤਾਂ ਕੀ ਨਾਮ ਹੈ ਉਹਦਾ, ਸਕਾਈ ਹਾਕ, ਸਕਾਈ ਹਾਕ। ਹੁਣ ਦੇਖੋ ਡਰੋਨ ਕਾਹਦੇ ਵਾਸਤੇ ਨੇ, ਡਰੋਨ ਇੱਕ ਤਾਂ ਦੇਖੋ ਵੀ ਡਰੋਨ ਦੀ ਹੈਲਪ ਇਹ ਵੀ ਲੈਤੀ ਜਾਂਦੀ ਹੈ ਵੀ ਮੰਨ ਕੇ ਚਲੋ ਆਪਾਂ ਨੇ ਕੋਈ ਸਮਾਨ ਭੇਜਣਾ, ਠੀਕ ਹੈ, ਆਪਣੀ ਇੰਡੀਅਨ ਆਰਮੀ ਨੂੰ ਮੰਨ ਕੇ ਚਲੋ ਵੀ ਉਰੋਂ ਲੈ ਕੇ ਆਪਾਂ ਉਰੇ ਸਮਾਨ ਭੇਜਣਾ, ਤਾਂ ਡਰੋਨ ਦੀ ਹੈਲਪ ਨਾਲ ਵੀ ਭੇਜ ਸਕਦੇ। ਦੂਜਾ ਜਿਹੜਾ ਮੇਨ ਕੰਮ ਤਾਂ ਤੁਹਾਨੂੰ ਪਤਾ ਹੈ ਵੀ ਡਰੋਨ ਦਾ ਕਾਹਦੇ ਵਾਸਤੇ ਹੁੰਦਾ, ਵੀ ਆਪਾਂ ਨੇ ਦੇਖ ਰੇਖ ਕਰਨੀ ਬਾਰਡਰ ਦੇ ਉੱਪਰ ਵੀ ਕੋਈ ਇੱਧਰੋਂ ਤਾਂ ਨਹੀਂ ਕੋਈ ਚੀਜ਼ ਆ ਰਹੀ ਇੱਧਰ, ਹੈ ਨਾ। ਤਾਂ ਜਿਹੜਾ ਇਹ ਸਕਾਈ ਹਾਕ ਹੈ
ये वर्टिकल टेक ऑफ मतलब ऐ है, आई चढ़ सकता, आई हवा 'ਚ जा सकता, आई लैंड कर सकता, टेक ऑफ भी एवें लैंड भी एवें, ठीक है। तो वर्टिकल टेक ऑफ वर्टिकल लैंडिंग जिवें अपने ब्याह 'ਚ ਹੁੰਦੇ ने ड्रोन उवें वो वर्टिकल टेक ऑफ वर्टिकल लैंड ही करते हैं, ठीक है। तो उस तो बाद ये 10 kg तक का पेलोड चक सकता, स्काई हब 10 kg तक का भार लिया सकता, 10 किलो तक का, 5 घंटे की लगभग बैटरी कट सकती है। ये आर्टिफिशियल इंटैलीजेंस तो थर्मल इमेजिंग कैपेबिलिटी यूज़ करता है बॉर्डर इंट्रूजन देखने वास्ते भी बॉर्डर के कोई आ जाता नहीं है, ठीक है। उन्होंने प्रॉपर ये आर्टिफिशियल इंटैलीजेंस मतलब ये नहीं है कि ये आप दे अंदर भी एक आर्टिफिशियल इंटैलीजेंस है, ये मतलब जो कोई मूवमेंट होगी तो आपको पता लग जूगा, ठीक है। तो इंडिया का पहला 5G नेवल ड्रोन कि अपने को याद रखियो स्काई हाक, ठीक है, कि स्काई हाक, ठीक है। चलो तो नैक्सट काफ़ी ज़्यादा इंपॉर्टेंट न्यूज़ है तो बहुत ज़्यादा सौखी है तो इंपॉर्टेंट बहुत है। तो ਜਿਹੜੇ अंडेमान निकोबार ਦੇ अननेम्ड आइलैंड ਸੀ ਉਹਨਾਂ ਦਾ ਨਾਮਕਰਨ ਕੀਤਾ, ठीक है। 21 ਆਈਲੈਂਡ ਸੀ ਜਿਹੜੇ ਅਨਨੇਮ ਸੀ ਅੰਡੇਮਾਨ ਨਿਕੋਬਾਰ ਦੇ, ਉਹਨਾਂ ਸਾਰਿਆਂ ਦੇ ਨਾਮ ਪਤਾ ਕਿਹਦੇ ਉੱਪਰ ਰੱਖੇ ਨੇ, 21 ਪਰਮਵੀਰ ਚੱਕਰ ਅਵਾਰਡੀ ਜਿਹੜੇ ਪਰਮਵੀਰ ਚੱਕਰ ਨੇ। ਹੁਣ 21 ਸੀ ਮੰਨ ਕੇ ਚਲੋ ਆਈਲੈਂਡ ਆਹ ਐਵੇਂ ਸੀ। ਜਿਹੜਾ ਸਭ ਤੋਂ ਵੱਡਾ ਸੀ ਉਹਦਾ ਨਾਮ ਰੱਖਿਆ ਪਹਿਲੇ ਪਰਮਵੀਰ ਚੱਕਰ ਅਵਾਰਡੀ ਦੇ ਉੱਪਰ, ਜਿਹੜਾ ਉਦੋਂ ਛੋਟਾ ਸੀ ਦੂਜੇ, ਉਦੋਂ ਫਿਰ ਤੀਜੇ, ਐਵੇਂ। ਤਾਂ ਜਿਹੜੇ ਆਪਣੇ 21 ਪਰਮਵੀਰ ਚੱਕਰ ਅਵਾਰਡੀ ਸੀ ਉਹਨਾਂ ਦੇ ਨਾਮ ਦੇ ਉੱਪਰ ਇਹਨਾਂ ਦੇ ਨਾਮਕਰਨ ਕੀਤੇ ਗਏ, ठीक है। 21 ਅਸੀਂ 21 ਪਰਮਵੀਰ ਚੱਕਰ ਅਵਾਰਡੀਆਂ ਦੇ ਨਾਮ ਦੇ ਉੱਪਰ ਇਹਨਾਂ ਦੇ ਨਾਮ ਰੱਖੇ ਗਏ। ਤਾਂ ਜਿਹੜਾ ਸਭ ਤੋਂ ਵੱਡਾ ਲਾਰਜੈਸਟ ਅਨਨੇਮਡ ਆਈਲੈਂਡ ਸੀ ਉਹਦਾ ਨਾਮ ਕੀ ਰੱਖਦਾ, ਸੋਮਨਾਥ ਆਈਲੈਂਡ, क्योंकि पहला परमवीर चक्कर अवार्डी कौन है, ये स्टैटिक जी का क्वेश्चन बन गया सीधा। पहला परमवीर चक्कर अवार्डी जितने वाला कौन सीगा, मेजर सोमनाथ शर्मा। तो एवं जो दूजा सी वो दूजे अवार्डी के मगर, तीजा तीजे के, सारे तो अपने याद करने नहीं, पहला याद कर लियो सोमनाथ आइलैंड। 2018 भी नाम बदले गए सी कुछ आइलैंड के, वो इंपॉर्टेंट ने। देखो वो अंग्रेजा के नाम उपर सी, जिवें नेल हैवलॉक रॉस, ये अंग्रेजा के नाम से, इन्होंने बद के अपने उपर रखे ने। देखो किवें याद, रॉस का तो बहुत सौखा है, रॉस बॉस तो रॉस आइलैंड ये अंडेमान निकोबार के आइलैंड से, इन्हों के नाम 2018 बदले गए सी, 21 के हुण बदले ने। तो रॉस बॉस मतलब नेताजी सुभाष चंद्र बोस, इनू मैं किवें याद किया, हैवलॉक भी अंग्रेज़ों ने लॉक ला रखा कि स्वराज से, स्वराज दे नहीं ना रहे सी, अपने वाले स्वराज बार बार मंग रहे थे, उन्होंने की ला रखा सी लॉक। तो हैवलॉक आइलैंड का नाम की रखा सी स्वराज द्वीप। तो नील मतलब नीला आसमान है, तो बंदा शहीद होने तो बाद आप कहने भी रब को वग गया, रब उपर नीला, तो शहीद द्वीप, तो नीला शहीद द्वीप, ठीक है। तो हम थोड़े ऑप्शन तो ईजिली टिक हो जाएंगे। अंडेमान निकोबार के 21 जोड़े अननेम्ड आइलैंड से उन्होंने नाम चेंज किया गया, परमवीर अवार्डी उपर रखा गया। तो जोड़े पहला परमवीर पहला सब तो बड़ा आइलैंड सोमनाथ, क्योंकि परमवीर से आ नाम 2018 बदले से, ठीक है, जोड़े उसनों करवाए ने। क्लीयर। अगे अगला क्या, वॉइस ऑफ ग्लोबल साउथ समिट, ये कितने होस्ट किया है, इंडिया ने। किने होस्ट किया है, इंडिया ने वॉइस ऑफ ग्लोबल साउथ समिट। ਇਹਦੀ ਥੀਮ ਕੀ ਸੀਗਾ, ਯੂਨਿਟੀ ਆਫ ਵੋਇਸ ਤੇ ਯੂਨਿਟੀ ਆਫ ਪਰਪਸ, ਯੂਨਿਟੀ ਆਫ ਵੋਇਸ ਤੇ ਯੂਨਿਟੀ ਆਫ ਪਰਪਸ। ਵੋਇਸ ਗਲੋਬਲ ਸਮਿਟ ਜਿਹੜਾ ਇੰਡੀਆ ਦੇ ਵਿੱਚ ਹੋਇਆ ਸੀ, ਯਾਦ ਰੱਖਿਓ, ਯੂਨਿਟੀ ਆਫ ਵੋਇਸ ਤੇ ਯੂਨਿਟੀ ਆਫ ਪਰਪਸ, ਥੀਮ ਇੰਪੋਰਟੈਂਟ ਹੈ ਤੇ ਇੰਡੀਆ 'ਚ ਹੋਇਆ ਸੀ। 17ਵਾਂ ਪ੍ਰਵਾਸੀ ਭਾਰਤੀ ਦਿਵਸ, ਪ੍ਰਵਾਸੀ ਭਾਰਤੀ ਦਿਵਸ ਕਦੋਂ ਮਨਾਇਆ ਜਾਂਦਾ, NRI ਡੇ 9 जनवरी ਨੂੰ। ਤਾਂ 17ਵਾਂ ਮਨਾਇਆ ਗਿਆ, ਕਿਹੜੀ ਸਟੇਟ ਨੇ ਹੋਸਟ ਕੀਤਾ ਇਹ, ਮੱਧ ਪ੍ਰਦੇਸ਼ ਦੇ ਵਿੱਚ ਇੰਡੋਰ 'ਚ ਹੋਇਆ ਸੀ। ਕਿੱਥੇ ਹੋਇਆ ਇਹ 17ਵਾਂ ਪ੍ਰਵਾਸੀ ਭਾਰਤੀ ਦਿਵਸ, ਇੰਡੋਰ। तो ये अपना चीफ गैसट कौन सी, दो चीज़ा, एक चीफ गैसट एक स्पैशल गैसट, ठीक है। ध्यान दिओ जोड़ा चीफ गैसट सीगा अपना ये, ठीक है, चीफ गैसट का हैगा सीगा अपने कोले अपना गुआना का प्रेजिडेंट मुहम्मद इरफान अली, गुआना का प्रेजिडेंट। तो जोड़ा स्पैशल गैसट सी वो सूरीनाम का प्रेजिडेंट सी, उसका नाम की सीगा चंद्रिका प्रसाद संतोखी, तो इसका थीम की सीगा, प्रवासीज रिलायबल पार्टनर इन इंडिया प्रोग्रेस इन अमृत काल, भी इंडिया के पार्टनर इंडिया के प्रोग्रेस वास्ते अमृत काल वास्ते। वेरी इंपॉर्टेंट न्यूज़ है, दोबारा आप सारी रिपीट कर देंगे। 17वां प्रवासी भारतीय दिवस कित्थे मनाया गया, इंडोर मध्य प्रदेश के विच। चीफ गैसट कौन सीगा, गुआना का प्रेजिडेंट इरफान अली, तो स्पैशल गैसट कौन सी, सूरीनाम का प्रेजिडेंट चंद्रिका प्रसाद संतोखी। थीम की सीगा, प्रवासीज रिलायबल पार्टनर फॉर इंडिया प्रोग्रेस इन अमृत काल, ठीक है। अगला मेंगडेचू हाइड्रो पावर प्रोजैक्ट, ये कित्थे है, भूटान दे विच, कित्थे है, भूटान दे विच। इंडिया की सरकार ने बना के दिता भूटान नूं, ये तो इंडियन गौरमेंट ने हैंड ओवर किया 720 मेगावाट का, ठीक है, मेंगडेचू हाइड्रो पावर प्रोजैक्ट, ठीक है। किनूं दिता हैगा, आ कंपनी है भूटान की, ड्रंक ग्रीन पावर कॉरपोरेशन भूटान, ठीक है। तो आई पूछूगा भी मेंगडेचू हाइड्रो प्रोजैक्ट पावर प्रोजैक्ट इंडिया
ਤੇ ਕਿਹੜੇ ਦੇਸ਼ ਦੇ ਨਾਲ ਐਸੋਸੀਏਟਡ ਹੈ। ਆਪਸ਼ਨ ਪਾ ਦੂਗਾ ਨੇਪਾਲ, ਬੰਗਲਾਦੇਸ਼, ਭੂਟਾਨ, ਇਹੀ ਪਾਊਗਾ ਸ਼੍ਰੀਲੰਕਾ। ਤਾਂ ਯਾਦ ਰੱਖਿਓ ਭੂਟਾਨ ਨਾਲ, ਮੰਗਡੇਚੂ ਭੂਟਾਨ, ਮੰਗਡੇਚੂ ਭੂਟਾਨ, ਠੀਕ ਹੈ। ਚਲੋ ਉਸ ਤੋਂ ਬਾਅਦ ਕਿਹੜੀ ਰਿਵਰ ਦੇ ਉੱਪਰ ਹੈ, ਜਮੀ ਸੌਖਾ, ਮੰਗਡੇਚੂ ਰਿਵਰ ਦੇ ਉੱਪਰ। ਕਿਹੜੀ ਆਪਣੇ ਕੋਲ ਇੰਨਾ ਯਾਦ ਕਰਨ ਦੀ ਲੋੜ ਨਹੀਂ, ਤਰੋਂਗਸਾ ਦ ਕੌਂਗ ਡਿਸਟ੍ਰਿਕਟ ਆਫ ਭੂਟਾਨ, ਬਸ ਭੂਟਾਨ ਨਾਲ ਮੰਗਡੇਚੂ, ਯਾਦ ਰੱਖਿਓ। ਅਗਲਾ ਗਲੋਬਲ ਫਾਇਰ ਪਾਵਰ ਰਿਪੋਰਟ। ਜਿਹੜੀ ਗਲੋਬਲ ਫਾਇਰ ਪਾਵਰ ਰਿਪੋਰਟ ਹੈ ਨਾ, ਇੱਕ ਤਰ੍ਹਾਂ ਦੀ ਆਰਮੀ ਦੀ ਰਿਪੋਰਟ ਹੈ ਵੀ ਬੈਸਟ ਦੇ ਪਹਿਲੇ ਨੰਬਰ 'ਤੇ ਕਿਹਦੇ ਕਿਹੜੇ ਦੇਸ਼ ਦੀ ਆਰਮੀ ਹੈ, ਹੈ ਨਾ, ਤਾਂ ਉਹਦੇ ਉੱਪਰ ਹੈ ਇਹ। ਤਾਂ ਜਿਹੜਾ ਇਹ ਇੰਡੈਕਸ ਹੈ ਇਹ ਕੰਟਰੀਜ਼ ਨੂੰ ਰੈਂਕ ਕਰਦਾ ਹੈ, ਟਰੂਪ ਸਟਰੈਂਥ ਵੀ ਆਰਮੀ ਕਿੰਨੀ ਹੈ, ਗਿਣਤੀ ਕਿੰਨੀ ਹੈ ਉਹਨਾਂ ਦੀ, ਵੀ ਹਜ਼ਾਰ ਲੱਖ ਕਿੰਨੇ ਆਰਮੀ ਨੇ, ਨੈਸ਼ਨਲ ਰਿਸੋਰਸਿਸ ਵੀ ਰਿਸੋਰਸਿਸ ਕਿੰਨੇ ਕੁ ਨੇ, ਫਾਈਨੈਂਸ਼ੀਅਲ ਸਟੇਟਸ ਵੀ ਉਹਨਾਂ ਦੇ ਡਿਫੈਂਸ ਕੋਲ ਪੈਸਾ ਕਿੰਨਾ ਕੁ ਹੈ, ਲੌਜਿਸਟਿਕਸ ਇਨਫਰਾਸਟਰਕਚਰ ਕਿਹੋ ਜਿਹਾ, ਜਿਓਗ੍ਰਾਫਿਕ ਸਕੇਲ, ਇਹ ਨੈਚੁਰਲ ਵੀ ਆਪਣੇ ਕੋਲ ਪਹਾੜ ਕਿਵੇਂ ਨੇ, ਜਿਵੇਂ ਆਰਮੀ ਵਾਸਤੇ ਜੇ ਪਹਾੜ ਹੋਣਗੇ ਨਾ ਉੱਥੋਂ ਸੌਖਾ ਹੋਊਗਾ, ਹੈ ਨਾ, ਐਵੇਂ ਇਹਦੇ ਕੁਛ। ਤਾਂ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਵੇਰੀ ਕਰਦਾ ਇੰਡੈਕਸ। ਅਤੇ ਇੰਡੀਆ ਦਾ ਰੈਂਕ ਕਿੰਨਾ ਹੈ, ਚੌਥਾ, ਯਾਦ ਰੱਖਿਓ ਕਿੰਨੇ ਚੋਂ, 145 ਚੋਂ। ਪਹਿਲੇ 'ਤੇ ਕਿਹੜਾ ਹੈ, USA। ਇਹ ਇੰਡੈਕਸ ਦੀ ਇੱਕ ਖਾਸੀਅਤ ਹੈ ਬਾਹਲੀ ਤਗੜੀ, ਇਹਦੇ ਉੱਪਰ ਕੁਐਸਚਨ ਪਾ ਸਕਦਾ ਉਹ। ਜਿਹੜਾ ਇਹ ਇੰਡੈਕਸ ਹੈ ਨਾ, ਇਹਦੀ ਸਕੋਰਿੰਗ ਬੜੀ ਅਜੀਬ ਜੀ ਹੈ, ਇਹ ਰਿਵਰਸ ਸਕੇਲ 'ਚ ਆਰਡਰ ਦਿੰਦਾ, ਗਲੋਬਲ ਫਾਇਰ ਪਾਵਰ ਇੰਡੈਕਸ। ਰਿਵਰਸ ਸਕੇਲ 'ਚ ਕਿਵੇਂ, ਜਿਹੜੀ ਟੌਪ ਕੰਟਰੀ ਹੈ ਉਹਦਾ ਸਕੋਰ ਸਭ ਤੋਂ ਘੱਟ ਹੁੰਦਾ, ਜਿਹੜੀ ਦੂਜੇ ਨੰਬਰ 'ਤੇ ਉਦੋਂ ਥੋੜ੍ਹਾ ਜਿਹਾ ਵੱਧ, ਫਿਰ ਉਦੋਂ ਥੋੜ੍ਹਾ ਜਿਹਾ ਵੱਧ, ਠੀਕ ਹੈ, ਐਵੇਂ। ਤਾਂ ਇਹ ਜਿਹੜਾ ਗਲੋਬਲ ਫਾਇਰ ਪਾਵਰ ਇੰਡੈਕਸ ਹੈ, ਯਾਦ ਰੱਖਿਓ ਰਿਵਰਸ ਸਕੇਲ ਦੇ ਵਿੱਚ ਆਰਡਰ ਦਿੰਦਾ। ਤਾਂ ਜਿਵੇਂ ਪਹਿਲੇ 'ਤੇ USA, ਦੇਖੋ ਇਹਦਾ ਸਕੋਰ ਕਿੰਨਾ, 0.0712। ਦੂਜੇ 'ਤੇ ਰਸ਼ੀਆ, ਇਹਦਾ ਸਕੋਰ ਕਿੰਨਾ, 0.0714। ਤੀਜੇ 'ਤੇ ਚਾਈਨਾ, ਚੌਥੇ 'ਤੇ ਇੰਡੀਆ, ਯਾਦ ਰੱਖਿਓ ਚੌਥੇ 'ਤੇ ਇੰਡੀਆ। ਤਾਂ ਗਲੋਬਲ ਫਾਇਰ ਪਾਵਰ ਰਿਪੋਰਟ ਇੰਡੀਆ ਚੌਥੇ 'ਤੇ ਹੈ, ਪਹਿਲੇ 'ਤੇ USA ਗਲੋਬਲ ਫਾਇਰ ਪਾਵਰ ਦੁਬਾਰਾ ਦਿੱਤੀ ਗਈ ਹੈ। ਤਾਂ ਇਹ ਆਪਣੇ ਕੋਲ ਯਾਰ ਇਹ ਚਾਰ ਆਹ ਚੀਜ਼ਾਂ ਦੇ ਉੱਪਰ ਇੰਡੈਕਸ ਰਿਲੀਜ਼ ਕਰਦਾ ਵੀ ਟਰੂਪ ਸਟਰੈਂਥ, ਨੈਚੁਰਲ ਰਿਸੋਰਸਿਸ, ਫਾਈਨੈਂਸ਼ੀਅਲ, ਲੌਜਿਸਟਿਕ, ਜਿਓਗ੍ਰਾਫਿਕ ਸਕੇਲ। ਅਤੇ ਇਹਦੇ ਉੱਪਰ ਜਿਹੜਾ ਸਕੇਲ ਆ ਉਹ ਰਿਵਰਸ ਸਕੇਲ ਦੇ ਵਿੱਚ ਦਿੱਤਾ ਜਾਂਦਾ, ਮਤਲਬ ਜਿਹੜੀ ਟੌਪ ਮੋਸਟ ਕੰਟਰੀ ਹੁੰਦੀ ਹੈ ਉਹਦਾ ਸਕੋਰ ਸਭ ਤੋਂ ਘੱਟ ਹੁੰਦਾ, ਜਿਵੇਂ ਪਹਿਲੇ 'ਤੇ USA, ਦੂਜੇ 'ਤੇ ਰਸ਼ੀਆ, ਤੀਜੇ 'ਤੇ ਚਾਈਨਾ, ਚੌਥੇ 'ਤੇ ਇੰਡੀਆ। ਸਕੋਰ ਯਾਦ ਕਰ ਸਕਦਾ, ਬਹੁਤ ਵਧੀਆ ਹੈ, ਠੀਕ ਹੈ। ਬੈਸਟ ਪੁਲਿਸ ਸਟੇਸ਼ਨ, ਜਮੀ ਸੌਖਾ, ਮੈਂ ਤਾਂ ਕਿਵੇਂ ਯਾਦ ਕੀਤਾ, ਆਪਣਾ ਉਹ ਫਿਲਮ ਨਹੀਂ ਆਈ ਸੀ ਅੱਛ ਕੇ, ਠੀਕ ਹੈ, ਉੱਥੋਂ ਬਸ ਤੁਹਾਡੇ ਆਪਦੇ ਆਪ ਯਾਦ ਹੋ ਜਾਊਗਾ ਵੀ ਜਿਹੜਾ ਉੜੀਸਾ ਦਾ ਪੁਲਿਸ ਸਟੇਸ਼ਨ ਹੈ, ਉੱਥੇ ਤਾਂ ਉਹ ਐਨ ਪੁਲਿਸ ਵਾਲੇ ਮਤਲਬ ਇੰਨੇ ਵਧੀਆ ਟਰੀਟ ਕਰਦੇ ਨੇ, ਜਿਹੜੇ ਉੱਥੇ ਕੈਦੀ ਨੇ ਉਹ ਵੀ ਮਤਲਬ ਭੰਗੜਾ ਪਾ ਕੇ ਕਹਿੰਦੇ ਨੇ ਅੱਛ ਕੇ, ਠੀਕ ਹੈ। ਤਾਂ ਬੈਸਟ ਪੁਲਿਸ ਸਟੇਸ਼ਨ ਇਨ ਦਾ ਕੰਟਰੀ ਕਿਹੜਾ ਹੈ, ਅੱਛਕਾ ਪੁਲਿਸ ਸਟੇਸ਼ਨ। ਕਿੱਥੋਂ ਦਾ ਇਹ, ਉੜੀਸਾ ਦਾ, ਗੰਜਮ ਡਿਸਟ੍ਰਿਕਟ ਆਫ ਉੜੀਸਾ। ਅਤੇ ਜਿਹੜਾ ਇਹ ਡਿਕਲੇਅਰ ਕਿਹਨੇ ਕੀਤਾ, ਮਿਨਿਸਟਰੀ ਆਫ ਹੋਮ ਅਫੇਅਰਸ ਨੇ, ਯਾਦ ਰੱਖਿਓ, ਠੀਕ ਹੈ। ਬੈਸਟ ਪੁਲਿਸ ਸਟੇਸ਼ਨ ਕਿਹਨੇ ਡਿਕਲੇਅਰ ਕੀਤਾ, ਮਿਨਿਸਟਰੀ ਆਫ ਹੋਮ ਅਫੇਅਰਸ ਨੇ। ਅਤੇ ਪਹਿਲੇ 'ਤੇ ਕਿਹੜਾ ਹੈ, ਅੱਛ ਕੇ, ਕਿੱਥੋਂ ਦਾ, ਵੈਸੇ ਅਸਕਾ ਨਾਮ ਹੈ ਉਹਦਾ, ਉਹ ਡਿਪੈਂਡ ਪ੍ਰੋਨਾਊਂਸੀਏਸ਼ਨ ਆਪੋ ਆਪਣੀ, ਪਹਿਲਾਂ ਵੀ ਤੁਹਾਨੂੰ ਬਹੁਤ ਵਾਰੀ ਆਖਿਆ, ਠੀਕ ਹੈ। ਅਸਕਾ ਪੁਲਿਸ ਸਟੇਸ਼ਨ ਕਿੱਥੋਂ ਦਾ, ਉੜੀਸਾ ਦਾ, ਠੀਕ ਹੈ। ਅਗਲਾ, ਪਹਿਲੀ ਕੌਂਸਟੀਟਿਊਸ਼ਨਲ ਲਿਟਰੇਟ ਡਿਸਟ੍ਰਿਕਟ ਇਨ ਦਾ ਕੰਟਰੀ, ਐਂ ਤਾਂ ਪਤਾ ਹੀ ਹੋਊਗਾ ਵੀ ਕਿਹੜੀ ਸਟੇਟ 'ਚ ਹੈ, ਕੇਰਲਾ 'ਚ, ਇਹ ਤਾਂ ਸਾਰਿਆਂ ਨੂੰ ਪਤਾ। ਬਈ ਯਾਰ ਉਹਨੇ ਡਿਸਟ੍ਰਿਕਟ ਪੁੱਛਿਆ ਤਾਂ ਚਾਰ ਦੀਆਂ ਚਾਰੇ ਆਪਸ਼ਨਾਂ ਕੇਰਲਾ ਦੀਆਂ ਪਾਊਗਾ। ਤਾਂ ਯਾਦ ਰੱਖਿਓ ਕਿਹੜੀ ਡਿਸਟ੍ਰਿਕਟ ਹੈ, ਕੋਲਮ ਡਿਸਟ੍ਰਿਕਟ। ਕੋਲਮ ਡਿਸਟ੍ਰਿਕਟ ਕੇਰਲਾ ਦੀ ਪਹਿਲੀ ਕੌਂਸਟੀਟਿਊਸ਼ਨਲ ਲਿਟਰੇਟ ਡਿਸਟ੍ਰਿਕਟ ਬਣ ਗਈ, ਵੀ ਸਾਰਿਆਂ ਨੂੰ ਕੌਂਸਟੀਟਿਊਸ਼ਨ ਵਾਲੇ ਗਿਆਨ ਹੈ ਆਹ ਡਿਸਟ੍ਰਿਕਟ ਦੇ ਨਾਲ, ਠੀਕ ਹੈ। ਪਹਿਲੀ ਕੌਂਸਟੀਟਿਊਸ਼ਨਲ ਲਿਟਰੇਟ ਡਿਸਟ੍ਰਿਕਟ, ਠੀਕ ਹੈ। ਇਹਨਾਂ ਨੇ ਇੱਕ ਪ੍ਰੋਗਰਾਮ ਚਲਾਇਆ ਸੀ ਜਿਹਦੇ ਤਹਿਤ ਸਾਰਿਆਂ ਨੂੰ ਕੌਂਸਟੀਟਿਊਸ਼ਨ ਇੱਕ ਤਰ੍ਹਾਂ ਦਾ ਪੜ੍ਹਾਇਆ ਗਿਆ ਸੀ, ਉਹਦੇ ਬਾਰੇ ਦੱਸਿਆ ਗਿਆ ਸੀ, ਠੀਕ ਹੈ। ਤਾਂ ਕੌਂਸਟੀਟਿਊਸ਼ਨ ਲਿਟਰੇਟ ਡਿਸਟ੍ਰਿਕਟ ਕਿਹੜੀ ਬਣ ਗਈ ਇੰਡੀਆ ਦੀ, ਕੇਰਲਾ ਦੀ ਕੋਲਮ ਡਿਸਟ੍ਰਿਕਟ, ਠੀਕ ਹੈ। ਪਹਿਲੀ ਸਟੇਟ ਜੇ ਪੁੱਛ ਲਏ ਜਿਹੜੀ ਡਿਜੀਟਲ ਹੋ ਗਈ ਬੈਂਕਿੰਗ ਸਰਵਿਸ 'ਚ, ਤੁਹਾਨੂੰ ਪਹਿਲਾਂ ਵੀ ਪੜ੍ਹਾਇਆ ਸੀ, ਕੇਰਲਾ। ਜਿੱਥੇ ਵਰਡ ਡਿਜੀਟਲ ਆ ਗਿਆ 90% ਜਾਂ 95% ਆਨਸਰ ਕੀ ਆ ਜਾਊਗਾ, ਕੇਰਲਾ। ਉਦੋਂ ਬਾਅਦ 'ਚ ਵਰਲਡ ਇਕਨੋਮਿਕ ਫੋਰਮ ਦੀ 18ਵਾਂ ਸੈਂਟਰ ਫੋਰਥ ਇੰਡਸਟਰੀਅਲ ਰੈਵੋਲੂਸ਼ਨ ਵਾਸਤੇ, ਫੋਰਥ ਇੰਡਸਟਰੀਅਲ ਰੈਵੋਲੂਸ਼ਨ ਵਾਸਤੇ ਕਿਹੜਾ ਬਣਿਆ, ਹੈਦਰਾਬਾਦ, ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ। ਉਹ ਸਿੱਧਾ ਕੁਛ ਨਹੀਂ ਹੋਊਗਾ, ਵਰਲਡ ਇਕਨੋਮਿਕ ਫੋਰਮਸ 18th ਜਿਹੜੀ 18ਵੀਂ ਵਰਲਡ ਇਕਨੋਮਿਕ ਫੋਰਮ ਹੋ ਰਹੀ ਹੈ, ਉਹਦਾ ਫੋਰਥ ਇੰਡਸਟਰੀਅਲ ਰੈਵੋਲੂਸ਼ਨ ਸੈਂਟਰ ਇੱਕ ਤਰ੍ਹਾਂ ਦਾ ਕਿਹੜਾ ਬਣਿਆ ਆਪਣੇ ਕੋਲੇ, ਹੈਦਰਾਬਾਦ, ਤੇਲੰਗਾਨਾ। ਸਿੱਧੀ ਵਨ ਲਾਈਨ ਨਿਊਜ਼ ਹੈ, ਯਾਦ ਕਰਨਾ। ਆਹ ਬੜੀ ਇੰਪੋਰਟੈਂਟ ਅਗਲੀ ਨਿਊਜ਼, ਪਰਖ। ਇਹ ਨਾ ਯਾਰ ਇਹ ਨਿਊਜ਼ ਘੈਂਟ ਕਾਹਤੋਂ ਹੈ, ਹੁਣ ਨਾ ਜਿਵੇਂ ਆਪਣੇ ਕੋਲ ਪਰਖ ਦੇ ਉੱਪਰ ਨਾ ਉਹ ਚੀਜ਼ ਆਪਣੇ ਕੋਲ ਕੁਐਸਚਨ ਘੈਂਟ ਬਣਦਾ, ਜਿਵੇਂ ਆਪਣੇ ਉਹ ਨਹੀਂ ਹੁੰਦਾ ਸੀਗਾ, ਆਪਾਂ ਕੋਈ ਕਹਿੰਦਾ ਹੁੰਦਾ ਯਾਰ ਵੀ ਮੈਂ ਤਾਂ CBSE ਬੋਰਡ 'ਚ ਪੜ੍ਹਿਆ ਹੈ, ਠੀਕ ਹੈ, ਕੋਈ ਕਹਿੰਦਾ ਮੈਂ ਪੰਜਾਬ ਬੋਰਡ 'ਚ ਪੜ੍ਹਿਆ, ਉਹ ਕਹਿੰਦਾ ਯਾਰ ਤੁਹਾਡੇ ਵਾਲੇ ਤਾਂ ਅਸੈਸਮੈਂਟ ਜ਼ਿਆਦਾ ਲਾਉਂਦੇ ਨੇ, ਤੂੰ ਇੰਨੇ ਨੰਬਰ ਦਿਖਾਉਂਦਾ, ਤੂੰ ਉਹ ਆਪ ਸਾਡੇ ਵਾਲੇ ਬੋਰਡ 'ਚ ਲੈ ਕੇ ਦਿਖਾਉਂਦਾ। ਬਸ ਫਿਰ ਉਹਦੇ ਵਾਸਤੇ ਕੀ ਲਿਆਂਦਾ, ਪਰਖ। ਇੰਡੀਆ ਦਾ ਪਹਿਲਾ ਨੈਸ਼ਨਲ ਅਸੈਸਮੈਂਟ ਰੈਗੂਲੇਟਰ ਹੈ। ਇਹ ਇੱਕ ਨਾ ਕਾਮਨ ਅਸੈਸਮੈਂਟ ਗਾਈਡਲਾਈਨ ਸੈੱਟ ਕਰੂਗਾ ਸਾਰੇ ਬੋਰਡ ਵਾਸਤੇ, ਵੀ ਜਿੰਨੇ ਵੀ ਬੋਰਡ ਨੇ ਵੀ ਭਾਈ ਇੱਕ ਤਰ੍ਹਾਂ ਦੀ ਕਾਮਨ ਅਸੈਸਮੈਂਟ ਕੱਢੀ ਰਿਹਾ ਵੀ ਭਾਈ ਤੁਸੀਂ ਇਹਦੇ ਉੱਪਰ ਲਾਉਣੀ ਹੈ। ਇਹਦੇ ਨਾਲ ਕੀ ਹੋਊਗਾ, ਜਿਹੜੀਆਂ ਡਿਸਪੈਰਿਟੀਜ਼ ਨੇ ਉਹ ਰਿਮੂਵ ਹੋ ਜਾਣਗੀਆਂ ਸਕੋਰ ਆਫ ਸਟੂਡੈਂਟ। ਕਿਉਂਕਿ ਹੁਣ ਕੋਈ ਬੰਦਾ ਕੋਈ ਸਟੇਟ ਬੋਰਡ ਜਮੀ ਨੰਬਰ ਨਹੀਂ ਦਿੰਦੀ, ਕੋਈ ਸਰੀ ਕਰਾਉਂਦੀ ਆ 50 ਚੋਂ 50, ਠੀਕ ਹੈ, ਐਵੇਂ। ਤਾਂ ਕਰਕੇ ਫਿਰ ਜਿਹੜਾ ਪਰਖ ਹੈ ਇੰਡੀਆ ਦਾ ਪਹਿਲਾ ਪਰਖ ਕਾਹਦੇ ਨਾਲ ਐਸੋਸੀਏਟਡ, ਇੱਕ ਤਰ੍ਹਾਂ ਯਾਦ ਰੱਖਿਓ ਅਸੈਸਮੈਂਟ ਨਾਲ,
भी असैसमेंट सारिਆਂ ਦੀ बरोबर लगी है भी परख स्टूडेंट ਨੂੰ सही परखना है। सारे बोर्ड वास्ते एक कॉमन गाइडलाइन दसी ने भी तुसीं भाई ये उपर असैसमेंट देनी है। NCERT द्वारा ये लिया गया। NCERT की फुल फॉर्म तो पता होगी, नैशनल काउंसल फॉर एजुकेशन रिसर्च एंड ट्रेनिंग। हुण परख की फुल फॉर्म याद रख लियो, P ते परफॉर्मेंस, A ते असैसमेंट, R ते रिव्यू, A ते एनालिसिस, K ते नॉलेज, H ते होलिस्टिक डिवेलपमेंट। परफॉर्मेंस आपदी आप इसनूं फीलिंग जी आ जाऊगी, समझ गए भी परख काहदे वास्ते भी स्टूडेंट नूं परखने असैसमेंट सही लाउणी है। तो पहली P ते परफॉर्मेंस भी उहदी स्टूडेंट की परफॉर्मेंस किवें, असैसमेंट फिर रिव्यू फिर एनालिसिस फिर अपने कोल नॉलेज होलिस्टिक डिवेलपमेंट। इंडिया का पहला सेंटर फॉर एक्सलेंस ऑनलाइन गेमिंग वास्ते कित्थे सैटअप हो रहा, शिलोंग मेघालय दे विच। इंडिया का पहला सेंटर ऑफ एक्सलेंस ऑनलाइन गेमिंग वास्ते कित्थे, शिलोंग मेघालय दे विच। जिहड़ा ये सेंटर ऑफ एक्सलेंस है यह डिजिटल इंडिया स्टार्टअप हब के तहत सैटअप हो रहा है। किहड़ी मिनिस्ट्री अंडर है, मिनिस्ट्री ऑफ इलैक्ट्रॉनिक्स एंड इनफॉर्मेशन टैक्नोलॉजी। तो सीधा डायरैक्ट वन लाइन राह याद करना है भी इंडिया का पहला सेंटर ऑफ एक्सलेंस गेमिंग वास्ते, ऑनलाइन गेमिंग वास्ते कित्थे खुल रहा अपने कोले, शिलोंग मेघालय दे विच। ठीक है, शिलोंग मेघालय। अगला ट्रोपैक्स। ट्रोपैक्स एक्सरसाइज है किहदी है, इंडियन नेवी की एक्सरसाइज है। कित्थे हुई है ये, IOR इंडियन ओशियन रीजन दे विच इंडियन नेवी की। हुण की सर इह कल्ली इंडियन नेवी ने पार्टिसिपेट किया ना बई, एक कंडक्ट इंडियन नेवी द्वारा की गई है, पर यह नेवी दी यूनिटां ने पार्टिसिपेट किया, आर्मी ने भी किया, एयरफोर्स ने भी किया, कोस्ट गार्ड ने भी किया। कई बार वो पा दूगा भी ट्रोपैक्स सिर्फ इंडियन नेवी दी, सिर्फ नहीं वर्ड लगूगा, इंडियन नेवी द्वारा कंडक्ट की गई, इंडियन नेवी की एक एक्सरसाइज है, पर ये पार्टिसिपेट सारिया यूनिटां ने किया गया। ठीक है, देखो जी उरे है अपने को कहना बाई एनुअली होंगी है, एक वाई एनुअल होंगे। वाई एनुअल तो होंगे भी साल च 2 बारी, वाई एनुअली की होंगे 2 साल च 1 बारी। तो जी ट्रोपैक्स एक्सरसाइज है 2 साल च 1 बारी कंडक्ट की जाती है, वाई एनुअली एक्सरसाइज है, वाई एनुअली 2 साल एक्सरसाइज है। ठीक है, अगली बीर गार्डियन, पहले भी तुहानूं बहुत बारी दसता, इंडिया तो जापान की एक्सरसाइज है, जापान के हुई है, हायाकुरी बेस जापान के। तो अपने को आ सुकोई फाइटर जेट्स गई सी, ते अवानी चतुर्वेदी पहली फीमेल फाइटर बन गई। अवानी चतुर्वेदी उसनूं पढ़ाया सीगा, उरी चलाया सी उन्हें सुयोकी। ठीक है, अवानी चतुर्वेदी पहली फीमेल फाइटर बन गई जिन्हें आ सुखोई 30 MK फाइटर बैलेट चलाया। ठीक है, तो अपने आ भी गए सी, C-17 ग्लो मास्टर भी गए सी, एक अपना आह टैंकर गया सी IL-78। ठीक है, तो बस बीर गार्डियन इंडिया तो जापान की है। तो अपने को सुखाई फाइटर जेट चलाने वाली किहड़ी बन गई पहली वूमैन, अवानी चतुर्वेदी। ठीक है, उदों बाद पावर ग्रिड, इनू पहला रैंक दिता गया काहदे, सर्वे सैक्टर के आ सर्वे जिहड़ा कंडक्ट किया गया सी, पब्लिक एंटरप्राइज सर्वे 2021-22 के पहला रैंक इनू दिता गया पावर ग्रिड। ठीक है, थोड़े ऑप्शन तो सीधा ईजिली याद हो जाऊगा, पब्लिक एंटरप्राइज सर्वे 2021-22 के पहला रैंक पावर ग्रिड नूं। उदों बाद अगला आ गया बाइंड स्कीम। बाइंड स्कीम काहदे वास्ते, इसकी फुल फॉर्म तो पता लग जाऊगा, B ते ब्रॉडकास्टिंग, I ते इंफ्रास्ट्रक्चर, N ते नैटवर्क, D ते डिवेलपमेंट। ये तहत ना ये ला लो यार भी 8 लाख DTH डिशां फ्री वंडियां जाणगियां, 8 लाख DTH डायरैक्ट टू होम जिहड़ियां अपनी फ्री वाली डिशां वो फ्री वंडियां जाणगियां। ये ज़्यादातर रिमोट एरियज़ दे विच सरकार का इनीशिएटिव है भी जिहड़ा रिमोट एरियज़ ने है ना भी सारे भी जिहड़ा कोई सरकार की न्यूज़ हुंदी है, कोई मैसेज लाउणा भी वो सब नूं दे सकन। तो उहदे तहत इन्हां ने जिहड़ा इहनूं स्टार्ट कीता। तो ये जिहड़ा एक तरह का अपने कोले स्कीम हैगी, ये रिमोट एरियाज़ के उपर ज़्यादा फोकसड है। तो उत्थे ये स्कीम के तहत एक तरह दी 8 लाख फ्री डिशां दित्तियां गईयां। तो किहनूं सपोर्ट कर रही है, प्रसार भारती नूं, प्रसार भारती नूं सपोर्ट करने वास्ते है। ठीक है, तो इन द एक्सपैशन एंड अपग्रेडेशन ऑफ ब्रॉडकास्टिंग इंफ्रास्ट्रक्चर भी ब्रॉडकास्ट नूं भी सब जगह ते सब नूं ब्रॉडकास्ट सब तक पहुँचे। ठीक है, तो बाइंड स्कीम आई है ब्रॉडकास्टिंग एंड इंफ्रास्ट्रक्चर डिवेलपमेंट स्कीम। ठीक है, अगला आ गया प्रजवाला चैलेंज। हुण ये पूछूगा भी प्रजवाला चैलेंज अर्बन वास्ते है कि रूरल वास्ते, याद रखियो रूरल वास्ते है। प्रजवाला चैलेंज की है, कहते भी यहो ਜਿਹੇ आइडिया लैके आओ जिन्हां दे नाल असीं रूरल इकोनॉमी नूं ਵਧਾ सकते हैं। भी जिवें बायोगैस का ला लो भी भाई, जिवें पिंडां 'च गोहा गूहा हुंदा भी भाई बायोगैस का प्लांट ला लो कोई, है ना भी एवें दे कोई आइडिया लैके आओ, कोई आइडिया कोई सल्यूशन या कोई ट्रांसफॉर्म भी जिवें पराली है भी पराली तो किवें आपां वो तो कोई नाल तां भी इकोनॉमी वधे नाल तां वो सल्यूशन हो गया एनवायरनमेंट वास्ते ना। तो प्रजवाला चैलेंज है रूरल डिवेलपमेंट मिनिस्ट्री द्वारा लॉन्च किया गया। तो याद रखियो प्रजवाला रूरल वास्ते है, बस इन्नी गल। प्रजवाला किहदे वास्ते है, रूरल वास्ते।
ਕਾਹਦੇ ਵਾਸਤੇ? ਰੂਰਲ ਇਕੋਨਮੀ ਵਾਸਤੇ, ਵੀ ਰੂਰਲ ਇਕੋਨਮੀ ਨੂੰ ਆਪਾਂ ਕਿਵੇਂ ਨਵੇਂ ਆਈਡੀਆ ਨਾਲ ਸੁਧਾਰ ਸਕਦੇ ਹਾਂ। ਠੀਕ ਹੈ, ਇਹ ਲਾਂਚ ਕੀਤਾ ਆਹ ਇਨੀਸ਼ੀਏਟਿਵ ਦੇ ਦੀਨ ਦਿਆਲ ਅੰਤੋਦਿਆ ਯੋਜਨਾ, ਨੈਸ਼ਨਲ ਰੂਰਲ ਲਿਵਲੀਹੁੱਡ ਮਿਸ਼ਨ ਦੇ ਤਹਿਤ, ਦੀਨ ਦਿਆਲ ਅੰਤੋਦਿਆ ਯੋਜਨਾ ਦੇ ਤਹਿਤ ਹੀ ਪ੍ਰਜਵਾਲਾ ਚੈਲੰਜ ਪ੍ਰੋਗਰਾਮ ਲਾਂਚ ਕੀਤਾ ਗਿਆ। ਠੀਕ ਹੈ, ਰੂਰਲ ਮਿਨਿਸਟਰੀ ਦੁਆਰਾ ਰੂਰਲ ਇਕੋਨਮੀ ਨੂੰ ਵਧਾਉਣ ਵਾਸਤੇ। ਠੀਕ ਹੈ, ਚਲੋ ਅਗਲਾ ਸਮਾਰਟ ਪ੍ਰੋਗਰਾਮ। ਹੁਣ ਨਾ ਸਭ ਤੋਂ ਪਹਿਲਾਂ ਸਮਾਰਟ ਦੀ ਫੁੱਲ ਫਾਰਮ, ਫਿਰ ਆਪਾਂ ਦੇਖਾਂਗੇ ਸਮਾਰਟ। ਐਸ ਤੇ ਸਕੋਪ, ਐਮ ਤੇ ਮੇਨ ਸਟਰੀਮਿੰਗ, ਏ ਤੇ ਆਯੁਰਵੇਦਾ, ਆਰ ਤੇ ਰਿਸਰਚ, ਟੀ ਤੇ ਟੀਚਿੰਗ। ਕਹਿੰਦਾ ਸਕੋਪ ਫॉर ਮੇਨ ਸਟਰੀਮਿੰਗ ਆਯੁਰਵੇਦਾ ਰਿਸਰਚ ਇਨ ਟੀਚਿੰਗ ਪ੍ਰੋਫੈਸ਼ਨਸ। ਤਾਂ ਨਾਂ ਤੋਂ ਕਲੀਅਰ ਹੋ ਗਿਆ ਵੀ ਇਹ ਕਿਹਦੇ ਵਾਸਤੇ? ਇੱਕ ਤਰ੍ਹਾਂ ਦਾ ਆਯੁਰਵੇਦਾ ਵਾਸਤੇ। ਫਿਰ ਇਹ ਲਾਂਚ ਵੀ ਕਿਹਨੇ ਕੀਤਾ? ਇੱਕ ਤਰ੍ਹਾਂ ਦਾ ਆਯੂਸ਼ ਨੇ, ਮਿਨਿਸਟਰੀ ਆਫ ਆਯੂਸ਼ ਨੇ। ਮਿਨਿਸਟਰੀ ਆਫ ਆਯੂਸ਼ ਦੇ ਅੰਡਰ ਆ 2 ਆਰਗੇਨਾਈਜੇਸ਼ਨ ਕੰਮ ਕਰਦੀਆਂ, ਇਹਨਾਂ ਨੇ ਲਾਂਚ ਕੀਤਾ। ਇੱਕ ਆਹ ਉਹ ਪੁੱਛੂਗਾ ਜਿਹੜਾ ਆਪਣੇ ਕੋਲੇ ਸਮਾਰਟ ਪ੍ਰੋਗਰਾਮ ਹੈ ਇਹ ਕਾਹਦੇ ਵਾਸਤੇ ਹੈ? ਪਹਿਲੀ ਗੱਲ ਤਾਂ ਇਹ ਆਯੁਰਵੇਦਾ ਦੇ ਉੱਪਰ ਹੈ। ਕਿਹਨੇ ਲਾਂਚ ਕੀਤਾ? ਮਿਨਿਸਟਰੀ ਆਫ ਆਯੂਸ਼ ਨੇ। ਜੇ ਮਿਨਿਸਟਰੀ ਨਹੀਂ ਪੁੱਛੂਗਾ, ਆਹ ਪੁੱਛ ਲੂਗਾ ਨੈਸ਼ਨਲ ਕਮਿਸ਼ਨ ਫॉर ਇੰਡੀਅਨ ਸਿਸਟਮ ਆਫ ਮੈਡੀਸਨ ਐਂਡ ਸੈਂਟਰ ਕਾਊਂਸਲ ਫॉर ਰਿਸਰਚ ਇਨ ਆਯੁਰਵੇਦਾ ਸਾਇੰਸ। ਠੀਕ ਹੈ, ਇਹ ਦੋਨਾਂ ਨੇ ਜੁਆਇੰਟਲੀ ਲਾਂਚ ਕੀਤਾ ਹੈ। ਕਾਹਦੇ ਵਾਸਤੇ? ਆਯੁਰਵੇਦਾ ਨੂੰ ਪ੍ਰਮੋਟ ਕਰਨ ਵਾਸਤੇ। ਕਲੀਅਰ ਹੈ, ਤਾਂ ਵੈਰੀ ਇੰਪੋਰਟੈਂਟ ਸਮਾਰਟ ਪ੍ਰੋਗਰਾਮ ਆਯੂਸ਼ ਮਿਨਿਸਟਰੀ ਦਾ ਆਯੁਰਵੇਦਾ ਵਾਸਤੇ ਆਹ 2 ਨੇ ਲਾਂਚ ਕੀਤਾ, ਨੈਸ਼ਨਲ ਕਮਿਸ਼ਨ ਫॉर ਇੰਡੀਅਨ ਸਿਸਟਮ ਆਫ ਮੈਡੀਸਨ ਤੇ ਆਪਣੇ ਕੋਲੇ ਸੈਂਟਰਲ ਕਾਊਂਸਲ ਫॉर ਰਿਸਰਚ ਇਨ ਆਯੁਰਵੇਦਾ ਸਾਇੰਸ। ਠੀਕ ਹੈ ਜੀ, ਤਾਂ ਸਮਾਰਟ ਪ੍ਰੋਗਰਾਮ ਹੋ ਗਿਆ। ਉਦੋਂ ਬਾਅਦ 'ਚ ਹਿਮਾਚਲ ਪ੍ਰਦੇਸ਼ ਸਟੇਟ ਦਾ ਟਾਰਗੇਟ ਹੈ ਵੀ ਅਸੀਂ ਪਹਿਲੀ ਗ੍ਰੀਨ ਸਟੇਟ ਬਣਨਾ ਇੰਡੀਆ ਦੀ 2025 ਤੱਕ। ਤਾਂ ਉਹ ਪੁੱਛੂਗਾ ਕਿਹੜੀ ਸਟੇਟ ਨੇ ਟਾਰਗੇਟ ਰੱਖਿਆ ਵੀ ਮੈਂ ਪਹਿਲੀ ਗ੍ਰੀਨ ਸਟੇਟ ਬਣਨਾ ਇੰਡੀਆ 2025 ਤੱਕ? ਹਿਮਾਚਲ ਪ੍ਰਦੇਸ਼ ਨੇ। ਹੁਣ ਉਹ ਨਾ ਸੋਲਰ ਦੇ ਵਿੱਚ ਜ਼ਿਆਦਾ ਇਨਵੈਸਟ ਕਰਨਗੇ, ਸੋਲਰ ਪਲਾਂਟ ਲਾਉਣਗੇ ਤੇ 500 ਮੈਗਾਵਾਟ ਦਾ ਉਹਨਾਂ ਨੇ ਇੱਕ ਤਰ੍ਹਾਂ ਦਾ ਸੋਲਰ ਪ੍ਰੋਜੈਕਟ ਸੋਚਿਆ। ਉਦੋਂ ਬਾਅਦ 'ਚ ਆਹ ULPIN ਕਿੱਥੇ ਲਾਂਚ ਕੀਤਾ ਹੈ? ਇਹ ਪਹਿਲਾਂ ਤਾਂ ਹੈਗਾ ਕੀ ਹੈ? ਯੂਨੀਕ, L ਤੇ ਲੈਂਡ, P ਤੇ ਪਾਰਸਲ, I ਤੇ ਆਈਡੈਂਟੀਫਿਕੇਸ਼ਨ ਨੰਬਰ। ਇੱਕ ਤਰ੍ਹਾਂ ਦਾ ਲੈਂਡ ਰਿਕਾਰਡਸ ਨੂੰ ਡਿਜੀਟਾਈਜ਼ ਕੀਤਾ ਵੀ ਜਿਹੜੇ ਲੈਂਡ ਰਿਕਾਰਡ ਨੇ ਆਪਣੇ, ਜਿਵੇਂ ਆਪਣੀਆਂ ਪਟਵਾਰੀ ਕੋਲ ਉਹ ਹੁੰਦੀਆਂ ਨੇ ਨਾ ਆਪਣੇ ਉਹ 'ਤੇ ਹੁੰਦੇ ਆ ਰਜਿਸਟਰੀਆਂ ਵਗੈਰਾ, ਉਹਨੂੰ ਡਿਜੀਟਲ ਕੀਤਾ ਲੈਂਡ ਰਿਕਾਰਡਸ ਨੂੰ। ਠੀਕ ਹੈ, ਤਾਂ ਇਹ ਕਿਹੜੀ ਸਟੇਟ 'ਚ ਲਾਂਚ ਕੀਤਾ ਹੈ? ਲਦਾਖ ਦੇ ਵਿੱਚ। ਹੁਣ ਉਸ ਨੂੰ ਪੁੱਛੂਗਾ ULPIN ਕੀ ਹੈ? ਤਾਂ ਪਹਿਲੀ ਗੱਲ ਤਾਂ ਇਹ ਯੂਨੀਕ ਲੈਂਡ ਪਾਰਸਲ ਆਈਡੈਂਟੀਫਿਕੇਸ਼ਨ ਨੰਬਰ ਹੈ। ਉਹ ਪੁੱਛੂਗਾ ਇਹ ਕਿੰਨੇ ਅੱਖਰਾਂ ਦਾ? ਇਹ 14 ਅੱਖਰਾਂ ਦਾ। ਪੁੱਛੂ ਕਿਹੜੀ ਸਟੇਟ ਨੇ ਲਾਂਚ ਕੀਤਾ ਹੈ? ਲਦਾਖ ਨੇ ਕੀਤਾ ਹੈ। ਠੀਕ ਹੈ, ਲੈਂਡ ਰਿਕਾਰਡ ਵਾਸਤੇ। ਠੀਕ ਹੈ, ULPIN ਯਾਦ ਰਹਿ ਜੂਗਾ, ULPIN। ਅਗਲਾ ਐਮਫੈਕਸ 2023, ਇਹ ਐਕਸਰਸਾਈਜ਼ ਹੈ, ਇਹ ਵੀ ਇੰਡੀਅਨ ਨੇਵੀ ਦੀ ਐਕਸਰਸਾਈਜ਼ ਹੈ ਐਮਫੈਕਸ 2023। ਇਹ ਵੀ ਬਾਈਐਨੂਅਲ ਹੈ। ਬਾਈਐਨੂਅਲੀ ਮਤਲਬ 2 ਸਾਲਾ ਟਰਾਈ ਸਰਵਿਸਿਜ਼ ਐਕਸਰਸਾਈਜ਼ ਹੈ। ਅਤੇ ਇਹ ਕਿੱਥੇ ਮਤਲਬ ਇੰਡੀਅਨ ਆਰਮੀ, ਇੰਡੀਅਨ ਏਅਰਫੋਰਸ ਤਿੰਨਾਂ ਦੀ। ਇਹ ਤੋਂ ਪਹਿਲਾਂ ਵੀ ਆਪਣੇ ਪੜ੍ਹੀ ਸੀ ਤਿੰਨਾਂ ਦੀ ਐਕਸਰਸਾਈਜ਼ ਅੱਜ ਹੀ। ਠੀਕ ਹੈ, ਮਤਲਬ ਉਹ ਕੋਸਟ ਗਾਰਡ ਵੀ ਆ ਗਿਆ ਸੀਗਾ ਆਪਣਾ। ਠੀਕ ਹੈ, ਤਾਂ ਉਹ ਕਿਹੜੀ ਸੀਗੀ ਆਪਣੇ ਕੋਲੇ? ਆਰ ਪੜ੍ਹੀ ਸੀ ਆਪਾਂ ਨੇ ਟ੍ਰੋਪੈਕਸ 23। ਟ੍ਰੋਪੈਕਸ 23 IOR ਇੰਡੀਅਨ ਓਸ਼ਨ ਰੀਜਨ ਦੇ ਵਿੱਚ ਹੋਈ ਹੈ। ਅਤੇ ਆਪਾਂ ਜਿਹੜੀ ਹੁਣ ਐਕਸਰਸਾਈਜ਼ ਪੜ੍ਹੀ ਹੈਗੀ ਇਹ ਕਿਹੜੀ ਹੈ ਆਪਣੇ ਕੋਲੇ? ਐਮਫੈਕਸ 2023। ਠੀਕ ਹੈ, ਇਹ ਵੀ ਇੰਡੀਅਨ ਨੇਵੀ ਦੀ ਹੈ। ਇਹ ਕਿੱਥੇ ਹੋਈ ਹੈ? ਕਾਕੀਨਾਡਾ ਆਂਧਰਾ ਪ੍ਰਦੇਸ਼ ਦੇ ਵਿੱਚ। ਉਹ IOR, ਇਹ ਕਾਕੀਨਾਡਾ ਆਂਧਰਾ ਪ੍ਰਦੇਸ਼। ਟ੍ਰੋਪੈਕਸ ਤੇ ਐਮਫੈਕਸ ਦੋਨੋਂ ਯਾਦ ਰੱਖਿਓ ਇੰਡੀਅਨ ਨੇਵੀ ਦੀਆਂ ਨੇ, ਪਰ ਸਿਰਫ ਇੰਡੀਅਨ ਨੇਵੀ ਨੇ ਨਹੀਂ ਪਾਰਟੀਸਪੇਟ ਕੀਤਾ, ਪਾਰਟੀਸਪੇਟ ਏਅਰਫੋਰਸ ਤੇ ਆਪਣਾ ਆਰਮੀ ਨੇ ਵੀ ਕੀਤਾ। ਉਦੋਂ ਬਾਅਦ 'ਚ ਅਗਲੀ ਨਿਊਜ਼ ਬੜੀ ਇੰਪੋਰਟੈਂਟ ਹੈ। ਵਰਲਡ ਇਕਨੋਮਿਕ ਫੋਰਮ 2023 ਦਾ ਸਮਿਟ ਕਿੱਥੇ ਹੋ ਰਿਹਾ? ਡੈਵੋਸ, ਸਵਿਟਜ਼ਰਲੈਂਡ। ਆਹੀ ਵੀ 23ਵੀਂ ਮੀਟਿੰਗ ਹੈ ਵਰਲਡ ਇਕਨੋਮਿਕ ਫੋਰਮ ਦੀ। ਕਿੱਥੇ ਹੋ ਰਹੀ ਹੈ? ਵਰਲਡ ਇਕਨੋਮਿਕ ਫੋਰਮ ਦੀ 23ਵੀਂ ਮੀਟਿੰਗ ਡੈਵੋਸ, ਸਵਿਟਜ਼ਰਲੈਂਡ ਦੇ ਵਿੱਚ ਹੋ ਰਹੀ ਹੈ। ਇਹਦਾ ਥੀਮ ਕੀ ਸੀਗਾ? ਕੋਆਪਰੇਸ਼ਨ ਇਨ ਅ ਫਰੈਗਮੈਂਟਡ ਵਰਲਡ। ਕੋਆਪਰੇਸ਼ਨ ਇਨ ਅ ਫਰੈਗਮੈਂਟਡ ਵਰਲਡ। ਵਰਲਡ ਇਕਨੋਮਿਕ ਫੋਰਮ ਕਦੋਂ ਬਣਿਆ? ਜਨਵਰੀ 1971 ਦੇ ਵਿੱਚ। ਇਹਦੇ ਹੈੱਡਕੁਆਟਰ ਕਿੱਥੇ ਨੇ? ਕਲੰਜੀ, ਸਵਿਟਜ਼ਰਲੈਂਡ ਦੇ ਵਿੱਚ। ਵਰਲਡ ਇਕਨੋਮਿਕ ਫੋਰਮ ਦੇ ਹੈੱਡਕੁਆਟਰ ਬਹੁਤ ਘੱਟ ਬੱਚੇ ਨੂੰ ਪਤਾ ਹੁੰਦਾ ਹੈ। ਕਈ ਵਾਰ ਕਲੰਜੀ ਆਪਸ਼ਨ 'ਚ ਨਾ ਹੋਇਆ ਤਾਂ ਜਨੇਵਾ ਟਿਕ ਕਰ ਦਿਓ। ਵੈਸੇ ਜ਼ਿਆਦਾ ਪ੍ਰੈਫਰੈਂਸ ਤੁਸੀਂ ਜੇ ਕਲੰਜੀ ਹੋਇਆ ਤਾਂ ਦੇਣੀ ਹੈ। ਵਰਲਡ ਇਕਨੋਮਿਕ ਫੋਰਮ ਜਨਵਰੀ 1971 'ਚ ਬਣਿਆ, ਇਹ ਵੀ ਪਤਾ ਹੋਣਾ ਚਾਹੀਦਾ। ਹੈੱਡਕੁਆਟਰ ਕਿੱਥੇ? ਕਲੰਜੀ, ਸਵਿਟਜ਼ਰਲੈਂਡ। ਇੰਪੋਰਟੈਂਟ ਕਾਹਤੋਂ? ਕਿਉਂਕਿ ਇਹ ਸਾਰੀਆਂ ਰਿਪੋਰਟ ਰਿਲੀਜ਼ ਕਰਦਾ। ਇੱਕ ਵਾਰੀ ਪੇਪਰ 'ਚ ਕੁਐਸਚਨ ਆਇਆ ਸੀ ਵੀ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਕੌਣ ਰਿਲੀਜ਼ ਕਰਦਾ? ਤਾਂ ਯਾਦ ਰੱਖਿਓ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਕੌਣ ਰਿਲੀਜ਼ ਕਰਦਾ? ਵਰਲਡ ਇਕਨੋਮਿਕ ਫੋਰਮ। ਗਲੋਬਲ ਜੈਂਡਰ ਗੈਪ ਰਿਪੋਰਟ, ਇਹ ਵੀ ਇਹੀ ਰਿਲੀਜ਼ ਕਰਦਾ। ਗਲੋਬਲ ਕੰਪੀਟੀਟਿਵਨੈਸ ਰਿਪੋਰਟ, ਇਹ ਵੀ ਇਹੀ ਰਿਲੀਜ਼ ਕਰਦਾ। ਉਦੋਂ ਬਾਅਦ 'ਚ ਗਲੋਬਲ ਆਪਣੇ ਕੋਲੇ ਗਲੋਬਲ ਰਿਸਕ ਰਿਪੋਰਟ, ਇਹ ਵੀ ਇਹੀ ਰਿਲੀਜ਼ ਕਰਦਾ। ਠੀਕ ਹੈ, ਤਾਂ ਐਨਰਜੀ ਟ੍ਰਾਂਜੀਸ਼ਨ ਇੰਡੈਕਸ, ਗਲੋਬਲ ਜੈਂਡਰ ਗੈਪ, ਗਲੋਬਲ ਕੰਪੀਟੀਸ਼ਨ, ਗਲੋਬਲ ਆ। ਇੱਕ ਨਾ ਆਹ ਬਹੁਤ ਵਾਰੀ ਪੇਪਰ 'ਚ ਆਉਂਦਾ ਹੁੰਦਾ ਲਿਵਿੰਗ ਪਲੈਨਟ ਰਿਪੋਰਟ। ਕਾਫੀ ਬੱਚੇ ਇਹਨੂੰ ਗਲਤ ਕਰੇ ਆਉਂਦੇ ਨੇ ਲਿਵਿੰਗ ਪਲੈਨਟ ਰਿਪੋਰਟ ਨੂੰ। ਤਾਂ ਯਾਦ ਰੱਖਿਓ ਲਿਵਿੰਗ ਪਲੈਨਟ ਰਿਪੋਰਟ ਵਰਲਡ ਇਕਨੋਮਿਕ ਫੋਰਮ ਦੁਆਰਾ ਨਹੀਂ, WWF ਦੁਆਰਾ, ਵਰਲਡ ਵਾਈਡ ਫੰਡ ਫॉर ਨੇਚਰ
ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਨਾ, ਬਸ ਆ ਵਿਚਾਲੇ ਇੱਧਰ WEF ਹੈ, ਇੱਧਰ WWF ਹੈ। ਤਾਂ ਯਾਦ ਰੱਖਿਓ, ਜੇ ਤਾਂ ਉਹ ਪੁੱਛੂਗਾ ਗਲੋਬਲ ਜੈਂਟ, ਕਈ ਵਾਰ ਬੱਚੇ ਇਹਨਾਂ ਨੂੰ ਆ ਟਿਕ ਕਰੇ ਹੁੰਦੇ ਨੇ WWF, ਧਿਆਨ ਰੱਖਿਓ। ਵਰਲਡ ਵਾਈਡ ਫੰਡ ਫॉर ਨੇਚਰ ਲਿਵਿੰਗ ਪਲੈਨਟ ਰਿਪੋਰਟ ਰਿਲੀਜ਼ ਕਰਦਾ ਹੈ, ਤੇ ਵਰਲਡ ਇਕਨੋਮਿਕ ਫੋਰਮ, એનર્ਜੀ ਟ੍ਰਾਂਜੀਸ਼ਨ ਇੰਡੈਕਸ, ਜੈਂਡਰ ਗੈਪ, ਕੰਪੀਟੀਟਿਵਨੈਸ ਤੇ ਗਲੋਬਲ ਰਿਸਕ ਰਿਪੋਰਟ। ਠੀਕ ਹੈ। ਉਦੋਂ ਬਾਅਦ 'ਚ 51 ਸਟਾਰਲਿੰਕ ਇੰਟਰਨੈਟ ਸੈਟਲਾਈਟਸ ਕਿਹਦਾ ਇਨੀਸ਼ੀਏਟਿਵ ਹੈ, ਕਿਹਨੇ ਲਾਂਚ ਕੀਤੀਆਂ ਨੇ? SpaceX ਨੇ। ਠੀਕ ਹੈ। 51 ਸਟਾਰ ਇੰਟਰਨੈਟ ਸੈਟਲਾਈਟਸ SpaceX ਨੇ। ਕਿਹੜਾ ਉਹ ਤੁਸੀਂ ਨਿਊਜ਼ ਦੇ ਵਿੱਚ ਦੇਖਿਓਗੇ, ਉਹ ਸਮਾਨ 'ਚ ਐਵੇਂ ਰੇਲ ਗੱਡੀ ਨਹੀਂ ਦਿਸ ਰਹੀ ਸੀ ਤਾਰਿਆਂ ਦੀ। ਠੀਕ ਹੈ। ਕਾਫੀ ਸਾਰੇ ਤਾਰਿਆਂ ਦੀ ਰੇਲ ਗੱਡੀ ਸੀ, ਤੁਸੀਂ ਠੀਕ ਹੈ ਨੈੱਟ 'ਤੇ ਦੇਖ ਲਿਓ, ਤਾਂ ਟ੍ਰੇਨ ਆਫ ਐਂ ਜੇ ਭਰ ਲਿਓ, ਆਪਦੇ ਆਪ ਹੀ ਆ ਜਾਊਗਾ ਕੁਝ ਨਾ ਕੁਝ। ਉਹ SpaceX ਨੇ ਲਾਂਚ ਕੀਤਾ ਸੀਗਾ, ਉਹ ਇਹਦਾ ਆਹੀ ਸਟਾਰਲਿੰਕ ਇਨੀਸ਼ੀਏਟਿਵ ਸੀਗਾ। ਤਾਂ ਇਹਦੇ ਤਹਿਤ ਇਹਨੇ 51 ਸੈਟਲਾਈਟਸ ਨੇ ਜਿਹੜੀਆਂ ਉਹ ਲਾਂਚ ਕੀਤੀਆਂ ਨੇ SpaceX ਨੇ। ਉਦੋਂ ਬਾਅਦ 'ਚ ਆ ਗਿਆ ਇੰਡੀਆ ਓਪਨ ਬੈਡਮਿੰਟਨ ਟਾਈਟਲ 2023, ਕੌਣ ਜਿੱਤਿਆ? ਆਹ ਬੰਦਾ, ਕੁਨਲੂਵਤ ਬਿਤਿਤਸਰਨ ਥਾਈਲੈਂਡ ਦਾ। ਠੀਕ ਹੈ। ਕੁਨਲਾਬੁੱਤ ਬਿਤਿਤਸਰਨ ਥਾਈਲੈਂਡ ਦਾ ਇੰਡੀਅਨ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਿਆ 2023 ਦਾ। ਇਹ ਮੈਂ ਪਤਾ ਕਾਹਤੋਂ ਕਰਾਤਾ, ਕਿਉਂਕਿ ਮੈਂ ਤੁਹਾਨੂੰ ਆਖਿਆ ਵੀ ਜੇ ਤੁੱਕਾ ਲਾਉਣਾ ਹੋਵੇ, ਮੈਂ ਤੁਹਾਨੂੰ ਆਖਿਆ ਸੀ ਵਿਕਟਰ ਐਗਜ਼ੈਲਸਨ ਜਾਂ ਟਿਕ ਕਰ ਦਿਓ ਇੱਕ ਵਾਰੀ, ਤੁਹਾਨੂੰ ਆਖਿਆ ਨਾ, ਇਹਨੂੰ ਹਰਾਇਆ ਡੈਨਮਾਰਕ ਦੇ ਵਿਕਟਰ ਐਗਜ਼ੈਲਸਨ ਨੂੰ ਹਰਾਇਆ। ਕਿਹਨੇ? ਇੰਡੀਅਨ ਓਪਨ ਬੈਡਮਿੰਟਨ ਟਾਈਟਲ ਜਿੱਤਣ ਵਾਸਤੇ ਕੁਨਲਾਬੁੱਤ ਬਿਤਿਤਸਰਨ ਥਾਈਲੈਂਡ ਦਾ। ਠੀਕ ਹੈ, ਯਾਦ ਰਹੇਗਾ। ਠੀਕ ਹੈ, ਕੋਈ ਵੱਡੀ ਗੱਲ ਨਹੀਂ। ਉਦੋਂ ਬਾਅਦ 'ਚ ਆ ਗਿਆ ਯੂਵਿਨ। ਯੂਵਿਨ ਕੀ ਹੈ? ਇੰਪੋਰਟੈਂਟ ਹੈ, ਇਹ ਇੰਡੀਆ ਦੀ ਗੌਰਮੈਂਟ ਨੇ ਲਾਂਚ ਕੀਤਾ ਯੂਵਿਨ। ਇਹ ਇੱਕ ਪਲੇਟਫਾਰਮ ਹੈ ਡਿਜੀਟਾਈਜ਼ ਕਰਨ ਵਾਸਤੇ, ਕਿਹਨੂੰ? ਇੰਡੀਆ ਦਾ UIP ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ। ਇਹਦੇ ਤਹਿਤ ਮਤਲਬ ਜਿਹੜਾ ਆਪਾਂ ਟੀਕਾਕਰਨ ਹੁੰਦਾ ਵੀ ਜਿਵੇਂ ਪੋਲੀਓ ਹੁੰਦਾ ਹੈ ਨਾ, ਐਵੇਂ ਉਹ ਸਾਰਾ UIP ਹੈ, ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ। ਵੀ ਆਪਾਂ ਕੁਝ ਕੁ ਜਿਹੜੀਆਂ ਬਿਮਾਰੀਆਂ ਨੇ ਇੰਡੀਆ 'ਚੋਂ ਐਲੀਮੀਨੇਟ ਕਰਨੀਆਂ ਵੀ ਉਹ ਦੁਬਾਰੇ ਨਾ ਆ ਜਾਣ, ਤਾਂ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਹੈ। ਇਹਨੂੰ ਹੁਣ ਡਿਜੀਟਾਈਜ਼ ਕਰਨ ਵਾਸਤੇ ਗੌਰਮੈਂਟ ਨੇ ਕੀ ਲਾਂਚ ਕੀਤਾ ਹੈ? ਯੂਵਿਨ। ਤਾਂ ਯੂਵਿਨ ਕਾਹਦੇ ਵਾਸਤੇ? ਯਾਦ ਰੱਖਿਓ, ਡਿਜੀਟਾਈਜ਼ ਕਰਨ ਵਾਸਤੇ। ਕਿਹਨੂੰ? UIP। UIP ਪਹਿਲੀ ਵਾਰੀ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ 1978 ਦੇ ਵਿੱਚ। ਉਦੋਂ ਇਹਦਾ ਨਾ UIP ਨਹੀਂ ਰੱਖਿਆ ਸੀ, ਕੀ ਰੱਖਿਆ ਸੀ? EPI, ਐਕਸਪੈਂਡਡ ਪ੍ਰੋਗਰਾਮ ਆਫ ਇਮਿਊਨਾਈਜੇਸ਼ਨ, ਐਕਸਪੈਂਡਡ ਪ੍ਰੋਗਰਾਮ ਆਫ ਇਮਿਊਨਾਈਜੇਸ਼ਨ। ਠੀਕ ਹੈ। ਉਦੋਂ ਬਾਅਦ 'ਚ ਤੇ ਇਹਨੂੰ ਰੀਨੇਮ ਕੀਤਾ 1985 ਦੇ ਵਿੱਚ। ਕੀ ਨਾਮ ਰੱਖਦਾ ਇਹਦਾ? ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ। 1985 ਜਿਹਦਾ ਨਾਮ ਰੱਖਿਆ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ। ਕਲੀਅਰ ਹੈ ਜੀ। ਤੇ ਉਸ ਤੋਂ ਬਾਅਦ ਇੰਡੀਆ ਦਾ ਰੈਂਕ ਕਿੰਨਾ? ਅਗਲੀ ਨਿਊਜ਼ 'ਤੇ ਚੱਲਦੇ ਹਾਂ। ਐਕਸਪੈਂਡਿੰਗ ਆਰਗੈਨਿਕ ਫਾਰਮਿੰਗ ਇਨ 2020, ਵੀ ਆਰਗੈਨਿਕ ਫਾਰਮਿੰਗ ਦਾ ਏਰੀਆ ਵਧਾ ਰਹੇ ਹਾਂ ਪਿਛਲੇ ਸਾਲ ਦੇ ਕੰਪੈਰੇਟਿਵ, ਤਾਂ ਐਕਸਪੈਂਡ ਕਰ ਰਹੇ ਹਾਂ। ਤਾਂ ਇੰਡੀਆ ਤੀਜੇ ਨੰਬਰ 'ਤੇ, ਮਤਲਬ ਇੰਡੀਆ ਵੀ ਆਰਗੈਨਿਕ ਫਾਰਮਿੰਗ ਵੱਲ ਸਵਿਚ ਹੋ ਰਿਹਾ। ਵੀ ਮਤਲਬ ਆਹ ਰੇਹਾਂ ਸਪਰੇਹਾਂ ਰਹਿਤ ਖੇਤੀ ਵੀ ਆਪਾਂ ਆਰਗੈਨਿਕ ਫਾਰਮਿੰਗ ਕਰੀਏ। ਇੰਡੀਆ ਕਿੰਨਵੇਂ ਨੰਬਰ 'ਤੇ? ਤੀਜੇ 'ਤੇ। ਤਾਂ ਪਹਿਲੇ 'ਤੇ ਕਿਹੜਾ ਆਪਣੇ ਕੋਲੇ? ਅਰਜਨਟੀਨਾ, ਦੂਜੇ 'ਤੇ ਉਰੂਗੇ, ਤੀਜੇ 'ਤੇ ਇੰਡੀਆ। ਠੀਕ ਹੈ। ਤਾਂ ਮਤਲਬ ਐਕਸਪੈਂਸ਼ਨ ਇਨ ਆਰਗੈਨਿਕ ਫਾਰਮਿੰਗ, ਐਕਸਪੈਂਸ਼ਨ ਇਨ ਆਰਗੈਨਿਕ ਫਾਰਮਿੰਗ ਇੰਡੀਆ ਤੀਜੇ 'ਤੇ ਹੈ। ਅਤੇ ਕਿਹਦੇ ਦੁਆਰਾ ਰਿਲੀਜ਼ ਕੀਤਾ ਗਿਆ? ਜਿਹਦੇ ਹੈੱਡਕੁਆਟਰ ਬੌਨ ਦੇ ਵਿੱਚ ਨੇ, ਆਹ IFOAM ਆਰਗੈਨਿਕ ਇੰਟਰਨੈਸ਼ਨਲ ਟਾਟਾ ਦੇ ਹੈੱਡਕੁਆਟਰ ਬੌਨ ਜਰਮਨੀ ਦੇ ਵਿੱਚ ਨੇ। ਇਹਦੇ ਦੁਆਰਾ IFOAM ਦੁਆਰਾ ਰਿਲੀਜ਼ ਕੀਤਾ ਗਿਆ ਵੀ ਕੌਣ ਕਿੰਨਾ ਕੁ ਐਕਸਪੈਂਡ ਕਰ ਰਿਹਾ ਆਰਗੈਨਿਕ ਫਾਰਮਿੰਗ ਦੇ ਅੰਡਰ। ਤਾਂ ਇੰਡੀਆ ਯਾਦ ਰੱਖਿਓ ਤੀਜੇ ਨੰਬਰ 'ਤੇ ਹੈ। ਠੀਕ ਹੈ। 16% ਇੰਡੀਆ ਨੇ ਐਕਸਪੈਂਡ ਕੀਤਾ ਇੱਕ ਤਰ੍ਹਾਂ ਦਾ। ਠੀਕ ਹੈ। ਅਗਲਾ ਨੈਸ਼ਨਲ ਗਰਲ ਚਾਈਲਡ ਡੇ 24 ਜਨਵਰੀ, ਸਿੱਧਾ ਡੇ ਯਾਦ ਕਰਨਾ। ਨੈਸ਼ਨਲ ਗਰਲ ਚਾਈਲਡ ਡੇ ਕਦੋਂ ਹੈ? ਇੱਕ ਆਹ ਕੁਐਸਚਨ ਬੜਾ ਇੰਪੋਰਟੈਂਟ ਹੈਗੀ, ਤਾਂ ਨਿਊਜ਼ ਪੁਰਾਣੀ ਹੈ ਪਰ ਇੰਪੋਰਟੈਂਟ ਹੈ। ਇੰਡੀਆ ਦੀ ਪਹਿਲੀ ਫੁੱਲੀ ਆਰਗੈਨਿਕ ਸਟੇਟ, ਇੰਡੀਆ ਦੀ ਪਹਿਲੀ ਫੁੱਲੀ ਆਰਗੈਨਿਕ ਸਟੇਟ ਕਿਹੜੀ ਹੈ? ਸਿੱਕਮ। ਯਾਦ ਰੱਖਿਓ, ਫੁੱਲੀ ਆਰਗੈਨਿਕ ਸਟੇਟ ਸਿੱਕਮ। ਉਦੋਂ ਬਾਅਦ ਆ ਗਿਆ ਨੈਸ਼ਨਲ ਗਰਲ ਚਾਈਲਡ ਡੇ, ਤਾਂ 24 ਜਨਵਰੀ। ਨੈਸ਼ਨਲ ਗਰਲ ਚਾਈਲਡ ਡੇ ਕਦੋਂ ਮਨਾਇਆ ਜਾਂਦਾ ਆਪਣੇ ਕੋਲੇ? 24 ਜਨਵਰੀ 2008 ਦੇ ਵਿੱਚ ਇਸਟੈਬਲਿਸ਼ ਕੀਤਾ ਸੀ ਮਿਨਿਸਟਰੀ ਆਫ ਵੂਮਨ ਅਤੇ ਚਾਈਲਡ ਡਿਵੈਲਪਮੈਂਟ ਦੁਆਰਾ। ਮਿਨਿਸਟਰੀ ਆਫ ਵੂਮਨ ਅਤੇ ਚਾਈਲਡ ਡਿਵੈਲਪਮੈਂਟ ਦੁਆਰਾ। ਤਾਂ ਜਿੱਦਣ ਆਪਣੇ ਕੋਲ ਇੰਟਰਨੈਸ਼ਨਲ ਗਰਲ ਚਾਈਲਡ ਡੇ ਹੈ, ਉਸੇ ਦਿਨ ਹੀ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਮਨਾਇਆ ਜਾਂਦਾ। ਇਹ ਨੈਸ਼ਨਲ ਗਰਲ ਚਾਈਲਡ ਡੇ ਹੈ, ਉਹ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ। ਠੀਕ ਹੈ। ਕਦੋਂ ਮਨਾਇਆ ਜਾਂਦਾ? ਆਪਣੇ ਕੋਲੇ 24 ਜਨਵਰੀ ਨੂੰ। ਯੂਨਾਈਟਿਡ ਨੇਸ਼ਨ ਦੁਆਰਾ ਥੀਮ ਕੀ ਸੀਗਾ? ਟੂ ਇਨਵੈਸਟ ਇਨ ਪੀਪਲ, ਪ੍ਰਾਇਓਰਟਾਈਜ਼ ਐਜੂਕੇਸ਼ਨ। ਕਹਿੰਦੇ ਜੇ ਲੋਕਾਂ 'ਚ ਇਨਵੈਸਟ ਕਰਨਾ ਹੈ ਤਾਂ ਐਜੂਕੇਸ਼ਨ ਨੂੰ ਪ੍ਰਾਇਓਰਟੀ ਦਿਓ। ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਤਾਂ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਨੂੰ ਗ੍ਰੀਨ ਰੇਲਵੇ ਸਟੇਸ਼ਨ ਸਰਟੀਫਿਕੇਸ਼ਨ ਦਿੱਤਾ ਗਿਆ ਹਾਈਐਸਟ ਪਲੈਟੀਨਮ ਰੇਟਿੰਗ ਨਾਲ। ਠੀਕ ਹੈ। ਤਾਂ ਉਹ ਪੁੱਛੂਗਾ ਵੀ ਗ੍ਰੀਨ ਰੇਲਵੇ ਸਟੇਸ਼ਨ ਸਰਟੀਫਿਕੇਟ ਕਿਹਨੂੰ ਮਿਲਿਆ? ਤਾਂ ਯਾਦ ਰੱਖਿਓ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ, ਵਿਸ਼ਾਖਾਪਟਨਮ ਰੇਲਵੇ ਸਟੇਸ਼ਨ। ਆਹ ਬੜਾ ਇੰਪੋਰਟੈਂਟ ਹੈ, ਵੈਰੀ ਵੈਰੀ ਇੰਪੋਰਟੈਂਟ। ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ। ਠੀਕ ਹੈ। ਵੀ ਕੋਈ ਆਪਦਾ ਆਉਂਦੀ ਹੈ, ਕੋਈ ਇੱਕਦਮ ਨੈਚੁਰਲ ਕੋਈ ਸੰਕਟ ਆਉਂਦਾ ਵੀ ਉਹਨੂੰ ਬਚਣ ਵਾਸਤੇ ਹੈ ਨਾ, ਮਤਲਬ ਡਿਜ਼ਾਸਟਰ ਦੇ ਉੱਪਰ ਹੀ ਇਹ ਇਨਾਮ ਦਿੱਤਾ ਜਾਂਦਾ।
ਤਾਂ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਕਿਹਨੂੰ ਮਿਲਿਆ? ਤਾਂ ਯਾਦ ਰੱਖਿਓ, ਇੱਕ ਤਾਂ ਉੜੀਸਾ ਦੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੂੰ ਮਿਲਿਆ, ਉੜੀਸਾ ਦੀ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਇੱਕ ਲੁੰਗਲੀ ਫਾਇਰ ਸਟੇਸ਼ਨ ਮਿਜ਼ੋਰਮ, ਇਹ ਦੋਨਾਂ ਨੂੰ ਮਿਲੇ। ਤਾਂ ਆਪਦਾ ਪ੍ਰਬੰਧਨ ਪੁਰਸਕਾਰ ਕੀ ਹੁੰਦਾ ਵੀ ਜੇ ਕੋਈ ਆਫਦਾ ਆਉਂਦੀ ਹੈ, ਨੈਚੁਰਲ ਕੋਈ ਕਲੈਮਿਟੀ ਆਉਂਦੀ ਹੈ ਵੀ ਉਹ ਤੋਂ ਕਿਵੇਂ ਬਚਿਆ ਜਾ ਸਕਦਾ। ਤਾਂ ਇਹ ਦੋ ਆਰਗੇਨਾਈਜੇਸ਼ਨ ਦਿੱਤਾ ਗਿਆ, ਦੋ ਉਹਨਾਂ ਨੂੰ, ਇੱਕ ਤਾਂ ਉੜੀਸਾ ਦੀ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਦੂਜਾ ਲੁੰਗਲੀ ਫਾਇਰ ਸਟੇਸ਼ਨ ਮਿਜ਼ੋਰਮ ਦਾ। ਠੀਕ ਹੈ, ਡਿਜ਼ਾਸਟਰ ਮੈਨੇਜਮੈਂਟ 'ਚ ਇਹਨਾਂ ਬਹੁਤ ਵਧੀਆ ਕੰਮ ਸੀ। ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਕਿਹਦੇ ਦੁਆਰਾ ਦਿੱਤਾ ਜਾਂਦਾ? ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਹੋਮ ਮਿਨਿਸਟਰੀ ਦੇ ਅੰਡਰ ਹੈ, 2018 ਤੋਂ ਇਹ ਸ਼ੁਰੂਆਤ ਕੀਤੀ ਸੀ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਪ੍ਰਾਈਜ਼ ਹੈ, ਇੰਨੀ ਗੱਲ ਯਾਦ ਰੱਖਿਓ। ਉੜੀਸਾ ਅਤੇ ਲੁੰਗਲੀ ਫਾਇਰ ਸਟੇਸ਼ਨ ਮਿਜ਼ੋਰਮ। ਅਗਲਾ, ਇੰਡੀਆ ਦਾ ਇੰਡੀਜੀਨੀਅਸਲੀ ਆਪਦਾ ਬਣਾਇਆ ਹੋਇਆ ਮੋਬਾਈਲ ਆਪਰੇਟਿੰਗ ਸਿਸਟਮ ਜਿਵੇਂ ਆਪਾਂ ਯੂਜ਼ ਕਰਦੇ ਹਾਂ, ਉਹ ਕਿਹੜਾ ਯੂਜ਼ ਕਰਦੇ ਹਾਂ ਆਪਾਂ? ਐਂਡਰੋਇਡ ਆਪਣਾ ਨਹੀਂ, ਐਂਡਰੋਇਡ ਇੱਕ ਆਪਰੇਟਿੰਗ ਸਿਸਟਮ ਹੈ, ਐਂਡਰੋਇਡ ਆਪਣਾ ਨਹੀਂ ਹੈਗਾ, ਆਪਰੇਟਿੰਗ ਸਿਸਟਮ ਹੈ ਪਰ ਆਪਣਾ ਨਹੀਂ। ਤਾਂ ਮਤਲਬ ਆਪਣਾ ਡਾਟਾ ਇੱਕ ਤਰ੍ਹਾਂ ਦਾ ਉਹ ਕੰਪਨੀ ਕਿਸੇ ਕੋਲ ਤਾਂ ਜਾ ਹੀ ਰਿਹਾ ਨਾ। ਤਾਂ ਹੁਣ ਇੰਡੀਆ ਨੇ ਆਪਦਾ ਬਣਾਇਆ ਜਿਹਦਾ ਨਾਂ ਕੀ ਰੱਖਿਆ? ਬਾਰ OS, ਮਤਲਬ ਭਾਰਤ ਆਪਰੇਟਿੰਗ ਸਿਸਟਮ। ਇਹ ਇੰਡੀਆ ਦਾ ਆਪਦਾ ਕਿਹਦੇ ਦੁਆਰਾ ਬਣਾਇਆ ਗਿਆ? ਇਹਨਾਂ ਦੁਆਰਾ, ਜਨਡਕ ਆਪਰੇਸ਼ਨ ਪ੍ਰਾਈਵੇਟ ਲਿਮਟਿਡ। ਇਹ IIT ਮਦਰਾਸ ਦਾ ਇੱਕ ਇਨੀਸ਼ੀਏਟਿਵ ਹੈ, IIT ਮਦਰਾਸ ਦਾ ਆਹ ਕੰਪਨੀ ਹੈ ਜਨਡਕ ਆਪਰੇਸ਼ਨਸ ਪ੍ਰਾਈਵੇਟ ਲਿਮਟਿਡ। ਅਤੇ ਇਹਨੂੰ ਪ੍ਰਮੋਟ ਕੌਣ ਕਰ ਰਿਹਾ? ਭਾਰਤ ਆਪਰੇਟਿੰਗ ਸਿਸਟਮ ਨੂੰ। ਤਾਂ IIT ਮਦਰਾਸ ਦਾ ਇਨੀਸ਼ੀਏਟਿਵ ਹੈ, ਉਹੀ ਇਹਨੂੰ ਪ੍ਰਮੋਟ ਕਰ ਰਹੇ ਨੇ। ਠੀਕ ਹੈ, ਚਲੋ ਅਗਲਾ, ਨੈਸ਼ਨਲ ਵੋਟਰਸ ਡੇ 25 ਜਨਵਰੀ ਨੂੰ। ਨੈਸ਼ਨਲ ਵੋਟਰ ਡੇ ਕਦੋਂ ਮਨਾਇਆ ਜਾਂਦਾ ਹੈ? 25 ਜਨਵਰੀ ਨੂੰ। ਅਤੇ ਇੱਕ ਯਾਦ ਹੋਰ ਮੈਂ ਇਹਨੂੰ ਕਿਵੇਂ ਯਾਦ ਕਰ ਦਿੰਦਾ ਵੀ ਵੋਟਾਂ ਆਪਾਂ 25 ਜਨਵਰੀ ਨੂੰ ਵੋਟਾਂ ਪਾਉਣੇ ਆ ਵੀ ਅੱਧੇ ਵਿਚਾਰੇ ਜਿਵੇਂ ਕੋਈ ਬਾਹਰੇ ਕੰਮ ਕਰਦਾ, ਕੋਈ ਦਿੱਲੀ ਕੰਮ ਕਰਦਾ, ਉੱਥੋਂ ਵੋਟ ਪਾਉਣ ਆਉਂਦਾ ਹੈ। ਤਾਂ ਜੇ ਵੋਟ ਪਾਉਣ ਆਉਂਦਾ ਉਹ ਰਸਤੇ 'ਚ ਘੁੰਮਦੇ ਵੀ ਨੇ ਆ ਕੇ, ਹੈ ਨਾ, ਆਉਂਦੇ ਨੇ ਤਾਂ ਐਡੀ ਦੂਰੋਂ ਆਉਂਦੇ ਨੇ ਵੋਟ ਪਾਉਣ, ਫਿਰ ਘੁੰਮ ਕੇ ਵੀ ਜਾਂਦੇ ਨੇ। ਤਾਂ ਕਰਕੇ ਜਿਹੜਾ ਅਗਲਾ ਨੈਸ਼ਨਲ ਟੂਰਿਜ਼ਮ ਡੇ ਆ ਉਹ ਵੀ 25 ਜਨਵਰੀ ਨੂੰ। ਇਕੱਠੇ ਯਾਦ ਕਰ ਲਓ, ਵੋਟਰਸ ਡੇ ਅਤੇ ਨੈਸ਼ਨਲ ਮਤਲਬ ਇੰਡੀਆ 'ਚ ਹੀ ਘੁੰਮਣਾ ਹੈ, ਉੱਥੋਂ ਵੋਟ ਪਾਉਣ ਆਏ ਸੀ ਇੰਡੀਆ 'ਚ ਹੀ ਘੁੰਮਣਗੇ। ਤਾਂ ਵੋਟਰਸ ਡੇ ਅਤੇ ਨੈਸ਼ਨਲ ਟੂਰਿਜ਼ਮ ਡੇ ਦੋਨੇ ਕਦੋਂ ਮਨਾਏ ਜਾਂਦੇ ਨੇ? ਆਪਣੇ ਕੋਲੇ 25 ਜਨਵਰੀ ਨੂੰ। ਤਾਂ ਆਪਣੇ ਕੋਲ ਨਾ ਇਲੈਕਸ਼ਨ ਕਮਿਸ਼ਨ ਬਾਰੇ ਥੋੜ੍ਹਾ ਜਿਹਾ ਪੜ੍ਹ ਲੈਣਾ। ਪਹਿਲਾਂ ਤਾਂ ਵੋਟਰਸ ਡੇ ਕਦੋਂ ਮਨਾਇਆ ਜਾਂਦਾ? 25 ਜਨਵਰੀ ਨੂੰ। ਇਹਦਾ ਥੀਮ ਕੀ ਸੀ? ਕਹਿੰਦਾ ਨਥਿੰਗ ਲਾਈਕ ਵੋਟਿੰਗ, ਕਹਿੰਦਾ ਵੋਟਿੰਗ ਵਰਗਾ ਕੁਛ ਨਹੀਂ, ਵੋਟ ਫॉर श्योर, ਵੋਟ ਪਾਉਣਾ ਚਾਹੀਦਾ, ਆਪਣਾ ਹੱਕ ਹੀ ਇੱਕ ਆਪਣੇ ਕੋਲ ਵੋਟ ਤਾਂ ਪਾਓ ਹੀ ਪਾਓ ਸਾਰੇ। ਠੀਕ ਹੈ, ਤਾਂ ਹੁਣ ਥੋੜ੍ਹਾ ਆਪਾਂ ਇਹਦੇ ਬਾਰੇ ਸਟੈਟਿਕ ਪੜ੍ਹਦੇ ਹਾਂ। ਰਾਈਟ ਟੂ ਵੋਟ ਕਿਹੜੇ ਆਰਟੀਕਲ ਦਿੱਤਾ ਗਿਆ? 326। ਆਹ ਕੁਐਸਚਨ ਪੇਪਰ 'ਚ ਬਾਹਲੇ ਜ਼ਿਆਦਾ ਵਾਰੀ ਪੁੱਛਿਆ ਗਿਆ, ਜਿਵੇਂ ਫੇਵਰੇਟ ਕੁਐਸਚਨ ਹੈ ਵੀ ਜਿਹੜੀ ਉਮਰ ਹੈ ਪਹਿਲਾਂ 21 ਸਾਲ ਸੀ ਵੋਟਿੰਗ ਪਾਉਣ ਦੀ, ਹੁਣ ਕਿੰਨੀ ਕਰਤੀ? 18 ਸਾਲ ਵਾਲੀ ਦੀ ਵੋਟ ਬਣ ਜਾਂਦੀ ਹੈ। ਕਿਹੜੀ ਅਮੈਂਡਮੈਂਟ ਕੀਤੀ ਸੀ ਇਹ? 61st ਅਮੈਂਡਮੈਂਟ, 61st ਅਮੈਂਡਮੈਂਟ 1989, 61ਵੀਂ ਅਮੈਂਡਮੈਂਟ। ਠੀਕ ਹੈ, ਉਦੋਂ ਬਾਅਦ ਇਲੈਕਸ਼ਨ ਕਮਿਸ਼ਨਰ ਬਾਰੇ ਪੜ੍ਹਦੇ ਹਾਂ। ਕੌਂਸਟੀਟਿਊਸ਼ਨਲ ਬੋਡੀ ਹੈ ਕਿਉਂਕਿ ਕੌਂਸਟੀਟਿਊਸ਼ਨ ਜਿਹਦਾ ਆਰਟੀਕਲ ਹੈ, ਕਿੰਨਾ ਆਰਟੀਕਲ ਹੈ? 324। ਕਦੋਂ ਬਣੀ ਇਹ? 25 ਜਨਵਰੀ 1950 ਨੂੰ। ਕਿੰਨੇ ਮੈਂਬਰ ਬੋਡੀ ਹੈ ਇਲੈਕਸ਼ਨ ਕਮਿਸ਼ਨਰ? 3 ਮੈਂਬਰ ਬੋਡੀ ਹੈ, ਜਿਹ 'ਚੋਂ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ ਅਤੇ 2 ਇਲੈਕਸ਼ਨ ਕਮਿਸ਼ਨਰ ਹੁੰਦੇ ਨੇ। ਚੀਫ ਇਲੈਕਸ਼ਨ ਕਮਿਸ਼ਨਰ ਐਟ ਪ੍ਰੈਜ਼ੈਂਟ ਕੌਣ ਹੈ? ਰਾਜੀਵ ਕੁਮਾਰ। ਕੌਣ ਹੈ? ਰਾਜੀਵ ਕੁਮਾਰ 25ਵੀਂ। ਅਤੇ ਇਲੈਕਸ਼ਨ ਕਮਿਸ਼ਨਰ ਕੌਣ ਨੇ ਨਾਲ ਇਹਦੇ? ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ। ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ। ਠੀਕ ਹੈ, ਤਾਂ ਯਾਦ ਰੱਖਿਓ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ 3 ਮੈਂਬਰ ਬੋਡੀ ਹੈ, ਚੀਫ ਇਲੈਕਸ਼ਨ ਕਮਿਸ਼ਨਰ ਅਰੁਣ ਕੁਮਾਰ ਅਤੇ 2 ਇਲੈਕਸ਼ਨ ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ। ਨੈਸ਼ਨਲ ਟੂਰਿਜ਼ਮ ਡੇ ਤੁਹਾਨੂੰ ਯਾਦ ਕਰਵਾਤਾ ਸੀ 25 ਜਨਵਰੀ। ਉਦੋਂ ਬਾਅਦ 'ਚ ਰਿਪਬਲਿਕ ਡੇ, ਇਹ ਤਾਂ ਸਾਰਿਆਂ ਨੂੰ ਪਤਾ ਬਾਈ, ਐਂ ਤਾਂ ਪੁੱਛਣ ਨਹੀਂ ਲੱਗਿਆ ਰਿਪਬਲਿਕ ਡੇ ਕਦੋਂ ਮਨਾਇਆ ਜਾਂਦਾ। ਆਹ ਪੁੱਛ ਸਕਦਾ, ਵੈਸੇ ਇਹ ਵੀ ਨਹੀਂ ਪੁੱਛ ਸਕਦਾ, ਆਪਾਂ ਗਿਣ ਲਾਂਗੇ ਹੈ ਨਾ ਵੀ ਆਪਾਂ 1950 ਤੋਂ ਬਣਾਉਣ ਲੱਗੇ ਹਾਂ ਵੀ 74 ਸਾਲ ਹੋ ਗਏ। ਆਹ ਪੁੱਛੂਗਾ, ਆਹ ਪੱਕਾ ਹੀ ਪੁੱਛੂਗਾ, ਇੱਕ ਆਹ 2 ਕੁਐਸਚਨ ਪੁੱਛੂਗਾ ਵੀ ਇੱਕ ਤਾਂ ਚੀਫ ਗੈਸਟ ਕਿਹੜਾ ਸੀ ਰਿਪਬਲਿਕ ਡੇ 'ਤੇ। ਤਾਂ ਯਾਦ ਰੱਖਿਓ ਇਜਿਪਟ ਦਾ ਪ੍ਰੈਜ਼ੀਡੈਂਟ ਕਿਹਦਾ ਨਾਂ ਹੈ? ਉਹਦਾ ਅਬਦੁਲ ਫਤਿਹ ਅਲ ਸੀਸੀ। ਅਬਦੁਲ ਫਤਿਹ ਅਲ ਸੀਸੀ। ਠੀਕ ਹੈ, ਅਬਦੁਲ ਫਤਿਹ ਅਲ ਸੀਸੀ। ਤਾਂ ਇਹ ਤਾਂ ਯਾਦ ਰੱਖਣਾ ਵੀ ਚੀਫ ਗੈਸਟ ਕੌਣ ਸੀ? ਇਜਿਪਟ ਦੇ ਪ੍ਰੈਜ਼ੀਡੈਂਟ ਫਤਿਹ ਅਲ ਸੀਸੀ। ਅਤੇ ਝਾਕੀਆਂ ਨਹੀਂ ਹੁੰਦੀਆਂ, ਕਿੰਨੀਆਂ ਝਾਕੀਆਂ ਦਿਖਾਈਆਂ ਗਈਆਂ ਸੀ ਇਸ ਵਾਰੀ? 23 ਟੈਬਲੇਟਸ। 17 ਸਟੇਟਸ ਤੋਂ ਅਤੇ ਯੂਨੀਅਨ ਟੈਰੀਟਰੀਜ਼ ਤੋਂ, ਦੋਨਾਂ ਤੋਂ ਮਿਲਾ ਕੇ 17 ਸੀ। 6 ਆਪਣੇ ਕੋਲ ਮਿਨਿਸਟਰੀਜ਼ ਦਾ ਸੀ, ਜਿਵੇਂ ਕੋਈ ਸੈਂਟਰਲ ਮਿਨਿਸਟਰੀ ਜਾਂ ਕਿਸੇ ਡਿਪਾਰਟਮੈਂਟ ਦਾ। ਟੋਟਲ 23 ਸੀ, 17 ਅਤੇ 6 ਵੀ ਯਾਦ ਰੱਖਿਓ। ਹੁਣ ਪੁੱਛੂਗਾ ਬੈਸਟ, ਸਭ ਤੋਂ ਵਧੀਆ ਜਿਹੜੀ ਝਾਕੀ ਸੀ ਕਿਹੜੀ ਡਿਕਲੇਅਰ ਹੋਈ? ਉਹ ਉੱਤਰਾਖੰਡ ਦੀ ਹੋਈ। ਕੀ ਨਾਂ ਸੀ ਉਹਦਾ? ਮਨਸਖੰਡ। ਉੱਤਰਾਖੰਡ ਦੀ ਮਨਸਖੰਡ ਝਾਕੀ ਜਿਹੜੀ ਸੀ ਬੈਸਟ। ਅਤੇ ਬੈਸਟ ਮਾਰਚ ਵੀ ਕਰਦੇ ਹੁੰਦੇ ਨੇ ਨਾ, ਤਾਂ ਬੈਸਟ ਮਾਰਚਿੰਗ ਕਿਹਦੀ ਸੀ? CRPF। ਬੈਸਟ ਮਾਰਚਿੰਗ CRPF। ਬੈਸਟ ਟੈਬਲਿਊ ਉੱਤਰਾਖੰਡ ਦਾ ਕੀ ਨਾਂ ਸੀ? ਮਨਸਖੰਡ। ਅਤੇ ਆਪਣਾ ਚੀਫ ਗੈਸਟ ਫਤਿਹ ਅਲ ਸੀਸੀ। ਅਗਲਾ, ਇੰਟਰਨੈਸ਼ਨਲ ਕਸਟਮਸ ਡੇ। ਇੰਟਰਨੈਸ਼ਨਲ ਕਸਟਮ ਡੇ ਮਨਾਇਆ ਜਾਂਦਾ 26 ਜਨਵਰੀ ਨੂੰ। ਥੀਮ ਸੀ ਇਹਦਾ ਨਰਚਰਿੰਗ ਦਾ ਨੈਕਸਟ ਜਨਰੇਸ਼ਨ, ਪ੍ਰੋਮੋਟਿੰਗ ਅ ਕਲਚਰ ਆਫ ਨੌਲੇਜ ਸ਼ੇਅਰਿੰਗ ਐਂਡ ਪ੍ਰੋਫੈਸ਼ਨਲ ਪ੍ਰਾਈਡ ਇਨ ਕਸਟਮਸ। ਠੀਕ ਹੈ,
ਤਾਂ ਮਤਲਬ ਥੀਮ ਵੱਡਾ ਜਿਹਾ ਇੱਕ ਵਾਰੀ ਇਹਨੂੰ ਦੇਖ ਲਓ, ਯਾਦ ਹੋ ਗਿਆ ਠੀਕ ਹੈ। ਕਈ ਵਾਰ ਉੱਥੋਂ ਟਿਕ ਹੋ ਜਾਊਗਾ, ਵੈਸੇ ਐਡਾ ਵੱਡਾ ਥੀਮ ਪਾਉਂਦਾ ਨਹੀਂ ਹੁੰਦਾ, ਪਰ ਜੇ ਪਤਾ ਤਾਂ ਯਾਦ ਦੇਖੋ ਵੱਡਾ ਥੀਮ ਤਾਂ ਸੌਖਾ ਹੀ ਟਿਕ ਹੋ ਜਾਂਦਾ। ਇੱਕ ਨਾ ਦਾ ਵਰਡ ਤਾਂ ਯਾਦ ਰਹਿ ਜਾਊਗਾ, ਇਹੋ ਜਿਹਾ ਨਰਚਰਿੰਗ ਵਰਗੇ ਯਾਦ ਰਹਿ ਜਾਊਗਾ ਠੀਕ ਹੈ। ਨਰਚਰਿੰਗ ਦਾ ਨੈਕਸਟ ਜਨਰੇਸ਼ਨ ਪ੍ਰੋਮੋਟਿੰਗ ਅ ਕਲਚਰ ਆਫ ਨੌਲੇਜ ਸ਼ੇਅਰਿੰਗ ਐਂਡ ਪ੍ਰੋਫੈਸ਼ਨਲ ਪ੍ਰਾਈਡ ਇਨ ਕਸਟਮਸ ਠੀਕ ਹੈ। ਉਦੋਂ ਬਾਅਦ 'ਚ ਡਾਟਾ ਪ੍ਰਾਈਵੇਸੀ ਡੇ ਕਦੋਂ ਮਨਾਇਆ ਜਾਂਦਾ ਹੈ? 28 ਜਨਵਰੀ। ਡਾਟਾ ਪ੍ਰਾਈਵੇਸੀ ਡੇ ਕਦੋਂ ਮਨਾਇਆ ਜਾਂਦਾ? 28 ਜਨਵਰੀ। ਵਰਲਡ ਰਿਪਲੇਸੀ ਡੇ, ਇਹ ਇੰਪੋਰਟੈਂਟ ਹੈ। ਇਹ ਨਾ ਬੱਚਿਆਂ ਨੂੰ ਲੱਗਦਾ ਹੁੰਦਾ ਵੀ 30 ਜਨਵਰੀ ਜਾਂ 31 ਜਨਵਰੀ, ਯਾਦ ਰੱਖਿਓ ਲਾਸਟ ਸੰਡੇ ਨੂੰ ਮਨਾਇਆ ਜਾਂਦਾ। ਜਦੋਂ ਵੀ ਲਾਸਟ ਸੰਡੇ ਆਉਂਦਾ 30 31 ਜਨਵਰੀ ਆਇਆ ਦੇਖੋ ਲਾਸਟ ਸੰਡੇ। ਇਸ ਵਾਰੀ ਲਾਸਟ ਸੰਡੇ ਕਦੋਂ ਸੀਗਾ? 29 ਜਨਵਰੀ ਦਾ, ਬਸ ਲਾਸਟ ਸੰਡੇ। ਇਹਨੂੰ ਲਿਪਰੋਸੀ ਡਿਸੀਜ਼ ਨੂੰ ਨਾ ਹੈਂਸਨਸ ਡਿਸੀਜ਼ ਵੀ ਕਹਿੰਦੇ ਨੇ। ਇਹ ਇੰਪੋਰਟੈਂਟ ਕੁਐਸਚਨ ਪੁੱਛਿਆ ਗਿਆ ਵੀ ਲਿਪਰੋਸੀ ਡਿਸੀਜ਼ ਇਜ਼ ਆਲਸੋ ਨੋਨ ਐਸ ਹੈਂਸਨਸ ਡਿਸੀਜ਼ ਠੀਕ ਹੈ। ਇਹਦਾ ਥੀਮ ਕੀ ਸੀਗਾ? ਐਕਟ ਨਾਓ, ਵੀ ਉਹਨੂੰ ਐਕਟ ਕਰੋ ਅਤੇ ਲਿਪਰੋਸੀ ਨੂੰ ਐਂਡ ਕਰੋ। ਐਕਟ ਨਾਓ ਐਂਡ ਲਿਪਰੋਸੀ। ਉਦੋਂ ਬਾਅਦ 'ਚ ਆ ਗਿਆ ਆਪਣੇ ਕੋਲੇ ਮਾਰਟਨਸ ਡੇ, ਸ਼ਹੀਦੀ ਦਿਵਸ। ਸ਼ਹੀਦੀ ਦਿਵਸ ਦੇਖੋ 2 ਵਾਰੀ ਮਨਾਇਆ ਜਾਂਦਾ। ਇੱਕ ਤਾਂ 23 ਮਾਰਚ ਨੂੰ ਵੀ, 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਇਹ ਸ਼ਹੀਦ ਹੋਏ ਸੀ ਨਾ। ਅਤੇ ਇੱਕ 30 ਜਨਵਰੀ ਨੂੰ। 30 ਜਨਵਰੀ ਨੂੰ ਕਾਹਤੋਂ? ਕਿਉਂਕਿ ਆਪਣੇ ਕੋਲੇ ਜਿਨ੍ਹਾਂ ਨੂੰ ਫਾਦਰ ਆਫ ਨੇਸ਼ਨ ਕਹਿੰਦੇ ਮਹਾਤਮਾ ਗਾਂਧੀ ਜੀ, ਉਹਨਾਂ ਦੀ ਡੈਥ ਐਨੀਵਰਸਰੀ ਹੈ। 30 ਜਨਵਰੀ 1948 ਨੂੰ ਉਹਨਾਂ ਦੀ ਡੈਥ ਹੋਈ ਸੀ। ਤਾਂ ਮਾਰਟਰਸ ਡੇ ਸ਼ਹੀਦੀ ਦਿਵਸ 30 ਜਨਵਰੀ ਨੂੰ ਵੀ ਮਨਾਇਆ ਜਾਂਦਾ। ਇਹਨੂੰ ਸਰਵੋਦਿਆ ਦੇ ਜਾਂ ਸ਼ਹੀਦ ਦਿਵਸ ਵੀ ਕਹਿੰਦੇ ਨੇ। ਸਰਵੋਦਿਆ ਦੇ ਜਾਂ ਸ਼ਹੀਦ ਦਿਵਸ ਵੀ ਕਹਿੰਦੇ ਨੇ। ਕਲੀਅਰ ਹੈ? ਤਾਂ ਉਮੀਦ ਕਰਦਾ ਵੀ ਤੁਹਾਨੂੰ ਸਾਰੀ ਵੀਡੀਓ ਜਿਹੜੀ ਸਮਝ ਆਈ ਹੋਊਗੀ। ਤਾਂ ਆਪਾਂ ਨੇ ਜਨਵਰੀ 2023 ਤੱਕ ਦੇ ਕਰੰਟ ਅਫੇਅਰ ਕੰਪਲੀਟ ਕਰ ਲਏ ਨੇ ਠੀਕ ਹੈ। ਤਾਂ ਉਮੀਦ ਕਰਦਾ ਵੀ ਤੁਹਾਨੂੰ ਵੀਡੀਓ ਜਿਹੜੀ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਤੁਸੀਂ ਆਪਣੇ ਦੋਸਤ ਨਾਲ ਜ਼ਰੂਰ ਸ਼ੇਅਰ ਕਰਨਾ ਠੀਕ ਹੈ। ਮਿਲਦੇ ਜੀ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ, ਹੈਵ ਅ ਨਾਈਸ ਡੇ ਠੀਕ ਹੈ। ਓਕੇ ਜੀ, ਬਾਏ ਬਾਏ।